ਤੁਸੀਂ ਸਾਰਿਆਂ ਨੇ ਪੰਜਾਬੀ ਗਾਣਾ ਜ਼ਰੂਰ ਸੁਣਿਆ ਹੋਣਾ ਜਿਹੜਾ ਸੁਨੰਦਾ ਸ਼ਰਮਾ ਨੇ ਗਾਇਆ, ਕਹਿੰਦੇ ਘੁੰਮਣ ਘੁਮਾਉਣ ਤੋਂ ਥਾਰ ਰੱਖੀ ਹੈ, ਬੁਲਟ ਰੱਖਿਆ ਭੜਾਕੇ ਬਾਹਰ ਨੂੰ। देखो मैं बचपन तो ही बहुत एडवेंचरस सीगी जी ते व्हेन आई वाज इन माय स्कूल बेसिकली तद आई टोल्ड माय पेरेंट्स कि मैं बाइक लेना चाहती हाँ। जी फिर मैं हार्ले डेविसन का हेरिटेज एनिवर्सरी बाइक लेता अच्छा जी। जिसकी मैं ओनर हाँ, जो मैं तीजी ओनर हाँ इंडिया ਵਿੱਚ ਉਸਦੀ। ਅੱਜ ਦੇ ਸਮਾਜ ਭਾਵੇਂ ਆਪਾਂ ਬਹੁਤ ਜ਼ਿਆਦਾ ਮਾਡਰਨ ਹੋ ਗਏ ਆ, ਪਰ ਫਿਰ ਵੀ ਇੱਕ ਰਿਸਟ੍ਰਿਕਸ਼ਨ ਸਾਡੇ ਸਮਾਜ ਹੈਗੀ ਹੈ, ਮਤਲਬ ਔਰਤਾਂ ਨੂੰ ਕਿ ਉਹ ਇਹੋ ਜਿਹੇ ਐਡਵੈਂਚਰਸ ਕੰਮ ਨਾ ਕਰਨ ਜਾਂ ਘੱਟ ਕਰਨ। ਮਤਲਬ ਤੁਹਾਨੂੰ ਕਿਵੇਂ ਮਤਲਬ ਲੱਗਿਆ ਜਦੋਂ ਤੁਸੀਂ ਸ਼ੁਰੂ ਕੀਤਾ, ਕਿ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਸਪੋਰਟ ਮਿਲੀ ਕਿ ਨਹੀਂ, ਕਿੱਦਾਂ? इट्स लाइक कुछ तो लोग कहेंगे लोगों का काम है कहना, ਹਾਂਜੀ ਹਾਂਜੀ so they will keep saying. ਹਾਂਜੀ। If you stop giving that thing as a pressure on you, let not people affect on you. The day you'll start letting them do that, what they want to do, you'll be a failure. So I believe just be a warrior, not a warrior. ਇਹ ਬਾਈਕਿੰਗ ਗਰੁੱਪ ਹੁੰਦੇ ਨੇ, ਉਹ ਕਾਫੀ ਵੱਡੇ ਗਰੁੱਪ ਹੁੰਦੇ ਨੇ, 10 ਬੰਦਿਆਂ ਦਾ, 15 ਬੰਦਿਆਂ ਦਾ, 20 ਬੰਦਿਆਂ ਦਾ। ਤਾਂ ਮੋਸਟਲੀ ਉਸ ਗਰੁੱਪ 'ਚ ਸਾਰੇ ਮੇਲ ਹੁੰਦੇ ਨੇ, ਸਾਰੇ ਬॉयਜ਼ ਜਾਂ ਮਰਦ ਹੀ ਹੁੰਦੇ ਨੇ। ਕਿ ਤੁਹਾਡੇ ਗਰੁੱਪ 'ਚ ਸਾਰੇ ਮੇਲਸ ਨੇ ਜਾਂ ਤੁਹਾਡਾ ਕੋਈ ਬਹੁਤ ਵੱਡਾ ਗਰੁੱਪ ਹੈ? मैं recently ਹੁਣ Ghost Riders ਦੇ ਨਾਲ ਹੈਗੀ ਹਾਂ। ਅੱਛਾ ਜੀ Very good group and very efficient people and they're very good with their rides. ਅੱਛਾ। ਤੇ ਚੰਡੀਗੜ੍ਹ ਤੋਂ ਗੋਆ ਤੱਕ ਦਾ ਸਫ਼ਰ ਜਿਹੜਾ ਸੀਗਾ ਬਾਈਕ ਤੇ ਉਹ ਕਿੰਨੀ ਟਾਈਮ ਸਫ਼ਰ ਹੁੰਦਾ ਹੈ हमारे 3.5 दिन लगे थे। ਕਿਤੇ ਜਾ ਕੇ? Yes, हमारे 10:30-11 घंटे की राइड होती थी। I had taken my daughter with me. ਜਰਨੀ ਅਸੀਂ ਇਹ ਵੀ ਦੇਖਿਆ ਕਿ ਜਦੋਂ ਰਾਈਡਸ ਲੰਬੀਆਂ ਹੁੰਦੀਆਂ ਨੇ ਤਾਂ ਜਿਹੜੇ ਰਾਈਡਰ ਗਰੁੱਪ ਹੁੰਦੇ ਨੇ ਉਹ ਜਾਂਦੇ ਤਾਂ ਆਪਣੀ ਬਾਈਕ 'ਤੇ ਨੇ, ਤੇ ਵਾਪਸੀ ਕਈ ਵਾਰ ਫਲਾਈਟ ਲੈ ਕੇ ਜਾਂ ਕਈ ਵਾਰ ਬੱਸ 'ਤੇ ਵੀ ਆਉਂਦੇ ਨੇ, ਕਈ ਵਾਰ ਟ੍ਰੇਨ 'ਤੇ ਵੀ ਆਉਂਦੇ ਨੇ। ਕਿ ਤੁਸੀਂ ਵੀ ਇੱਦਾਂ ਕਰਦੇ ਹੋ? ਕਿ ਸਭ ਤੋਂ ਜ਼ਿਆਦਾ ਐਡਵੈਂਚਰਸ ਤੁਹਾਨੂੰ ਕੀ ਲੱਗਦਾ, ਤੇ ਤੁਹਾਡਾ ਸਭ ਤੋਂ ਅੱਛਾ ਐਕਸਪੀਰੀਅੰਸ ਕਿਸ ਚੀਜ਼ ਨਾਲ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪਟਿਆਲਾ ਪੋਡਕਾਸਟ ਵਿੱਚ, ਜਿੱਥੇ ਹਰ ਹਫਤੇ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਇੱਕ ਨਵੇਂ ਗੈਸਟ ਨਾਲ, ਇੱਕ ਨਵੇਂ ਚਿਹਰੇ ਨਾਲ। ਤੇ ਅੱਜ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਅਸੀਂ ਇੱਕ ਨਵੇਂ ਚਿਹਰੇ ਨਾਲ, ਨਵੇਂ ਗੈਸਟ ਨਾਲ। ਦੋਸਤੋ, ਤੁਸੀਂ ਸਾਰਿਆਂ ਨੇ ਪੰਜਾਬੀ ਗਾਣਾ ਜ਼ਰੂਰ ਸੁਣਿਆ ਹੋਣਾ ਜਿਹੜਾ ਸੁਨੰਦਾ ਸ਼ਰਮਾ ਨੇ ਗਾਇਆ, ਕਹਿੰਦੇ ਘੁੰਮਣ ਘੁਮਾਉਣ ਤੋਂ ਥਾਰ ਰੱਖੀ ਹੈ, ਬੁਲਟ ਰੱਖਿਆ ਭੜਾਕੇ ਬਾਹਰ ਨੂੰ। ਦੋਸਤੋ, ਅੱਜ ਦੇ ਮਹਿਮਾਨ ਨੇ, ਉਹਨਾਂ ਨੇ ਬੁਲਟ ਨਹੀਂ, ਉਸ ਤੋਂ ਵੀ ਉੱਪਰ ਹਾਰਲੇ ਡੇਵਿਡਸਨ ਰੱਖਿਆ ਹੋਇਆ, ਅਤੇ ਪਟਾਕੇ ਪਾਉਣ ਨੂੰ ਹੀ ਸ਼ਾਇਦ ਸੜਕ 'ਤੇ ਧਮਾਕੇ ਪਾਉਣ ਨੂੰ ਰੱਖਿਆ ਹੋਇਆ। ਹਾਂਜੀ ਦੋਸਤੋ, ਵੂਮੈਨ ਰਾਈਡਰ ਆਫ ਪੰਜਾਬ ਸਾਡੇ ਨਾਲ ਨੇ ਅੱਜ। ਆਓ ਗੱਲਬਾਤ ਕਰਦੇ ਹਾਂ ਓਨਲੀ ਵੂਮੈਨ ਰਾਈਡਰ ਆਫ ਪੰਜਾਬ, ਜਿਨ੍ਹਾਂ ਨੇ ਹਾਰਲੇ ਡੇਵਿਡਸਨ ਚਲਾ ਕੇ ਨਾ ਸਿਰਫ ਪੰਜਾਬ ਧਰਤੀ 'ਤੇ ਬਲਕਿ ਪੂਰੇ ਇੰਡੀਆ ਵਿੱਚ ਰਾਈਡਾਂ ਕੀਤੀਆਂ ਨੇ। ਆਓ ਗੱਲਬਾਤ ਕਰਦੇ ਹਾਂ ਜੀ ਟੀਮੂ ਸਪਰਾ ਜੀ ਨਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਹਾਲ ਹੈ ਤੁਹਾਡਾ ਜੀ? ਬਿਲਕੁਲ ਠੀਕ ਜੀ। ਠੀਕ ਠਾਕ। ਹਾਂਜੀ। ਮੈਮ, ਤੁਹਾਡੇ ਦਿਮਾਗ ਵਿੱਚ ਇਹ ਬਾਈਕਿੰਗ ਦਾ ਖਿਆਲ ਕਦ ਤੋਂ ਆਇਆ ਜੀ? ਦੇਖੋ ਮੈਂ ਬਚਪਨ ਤੋਂ ਹੀ ਬਹੁਤ ਐਡਵੈਂਚਰਸ ਸੀਗੀ ਜੀ ਤੇ ਵੈਨ ਆਈ ਵਾਸ ਇਨ ਮਾਈ ਸਕੂਲ ਬੇਸਿਕਲੀ ਤਦ ਆਈ ਟੋਲਡ ਮਾਈ ਪੇਰੈਂਟਸ ਕਿ ਮੈਂ ਬਾਈਕ ਲੈਣਾ ਚਾਹੁੰਦੀ ਹਾਂ। ਹਾਂਜੀ ਬਟ ਮੇਰੇ ਪੇਰੈਂਟਸ ਹਮੇਸ਼ਾ ਇਸ ਚੀਜ਼ ਨਾਲ ਬਹੁਤ ਐਪਰੀਹੈਂਸਿਵ ਸੀਗੇ। ਉਹ ਕਹਿੰਦੇ ਨਹੀਂ ਲੈਣਾ ਬਿਕਾਜ਼ ਸੇਫ ਨਹੀਂ ਹੈਗਾ। ਜੀ ਆਈ ਟੋਲਡ them ਸੇਫ ਤਾਂ ਕੁਛ ਵੀ ਨਹੀਂ ਹੈਗਾ, ਮੈਂ ਘਰੇ ਬੈਠੀ ਹਾਂ ਤਾਂ ਵੀ ਸੇਫ ਨਹੀਂ ਹੈਗੀਆਂ, ਕੁਛ ਹੋਣਾ ਹੋਏਗਾ ਮੈਨੂੰ ਘਰੇ ਵੀ ਹੋ ਜਾਊਗਾ। ਹਾਂਜੀ Then slowly and gradually, I built, gathered my courage to it. After once my father left us, that was 5 years back. I'm sorry. And so uske baad I just started up. I looked for a bike. First I started off with Royal Enfield. Achha. It was Meteor 350cc. ਜੀ I started practicing with that. 6-7 ਮਹੀਨੇ ਮੈਂ ਉਹਦੇ ਨਾਲ practice ਕੀਤਾ. Then I picked up a Street Bob. ਜੀ That's another one that is in Harley. ਅੱਛਾ, ਸਟਰੀਟ ਬੌਬ ਹਾਰਲੇ ਦਾ ਇੱਕ Street Bob ਵੇਰੀਐਂਟ ਹੈ Harley. ਜੀ? ਹਾਂਜੀ ਹਾਂਜੀ। ਠੀਕ ਹੈ ਜੀ। ਉਹ ਲਿੱਤਾ, ਫਿਰ ਉਸ 'ਤੇ ਮੈਂ ਸਾਲ 1.5 ਸਾਲ ਲਾਇਆ। ਜੀ ਫਿਰ ਮੈਂ ਹਾਰਲੇ ਡੇਵਿਡਸਨ ਦਾ ਹੈਰੀਟੇਜ ਐਨੀਵਰਸਰੀ ਬਾਈਕ ਲਿੱਤਾ, ਅੱਛਾ ਜੀ। ਜਿਸ ਦੀ ਮੈਂ ਓਨਰ ਹਾਂ, ਜੋ ਮੈਂ ਤੀਜੀ ਓਨਰ ਹਾਂ ਇੰਡੀਆ ਵਿੱਚ ਉਸਦੀ। ਉਹ ਯਾ ਇਟਸ ਅ ਐਨੀਵਰਸਰੀ ਬਾਈਕ, ਲਿਮਿਟਿਡ ਐਡੀਸ਼ਨ। ਅੱਛਾ, ਤੁਹਾਡੇ ਕੋਲ ਪੂਰੇ ਇੰਡੀਆ 'ਚ ਤੀਜਾ ਬਾਈਕ ਤੁਹਾਡੇ ਕੋਲ ਤੀਜਾ ਹੈ? ਬਾਈਕ ਮੇਰੇ ਕੋਲ ਹੈਗਾ। ਹਾਰਲੇ ਡੇਵਿਡਸਨ ਦਾ ਹੈਰੀਟੇਜ ਮਾਡਲ ਜਿਹੜਾ ਹੈਗਾ ਯੈਸ ਯੈਸ। ਮੈਂ ਸੋ ਤੁਸੀਂ ਇਟਸ ਅ ਵੈਰੀ ਕੰਫਰਟੇਬਲ ਕਰੂਜ਼ਰ ਬਾਈਕ ਅੱਛਾ ਜੀ। ਤੇ ਸੌਫਟਟੇਲ ਹੈਗਾ, ਤੇ ਲਾਈਕ ਉਸ 'ਤੇ ਤੁਸੀਂ ਬਹਿ ਜਾਓ, ਤੁਹਾਨੂੰ ਗੱਡੀ ਦੀ ਲੋੜ ਨਹੀਂ ਹੈ। ਯੂ ਵਿਲ ਫੋਰਗੇਟ ਯੋਰ ਕਾਰ। ਓਕੇ। And I feel I was very adventurous from my childhood. I was always about freedom. ਹਾਂਜੀ
breathing better. So it was all about that. So I just got into this because this is what my passion was from the beginning. Even childhood मेरे brother आंदे सी के करे और bike ते आंदे सी I used to not even let him step in. I used to go give me the keys. ਤੁਹਾਨੂੰ ਸ਼ੁਰੂ ਤੋਂ ਸ਼ੌਂਕ ਹੈ ਬਾਈਕ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਮੈਂ ਚਾਬੀ ਲੈ ਕੇ ਭੱਜ ਜਾਂਦੀ ਸੀ ਕਿ and I used to go let me go and explore the world. ਹਾਂਜੀ 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 So I feel it connected me to nature, to a different lifestyle, to different kind of community. ਰਾਈਟ So it was a somewhat a different experience which I think only a biker can understand. ਹਾਂਜੀ ਜੋ ਜਿਸ ਚੀਜ਼ ਨੂੰ ਛੋਂਦਾ ਹੈ ਨਾ ਹਾਂਜੀ ਉਹ ਅੰਡਰਸਟੈਂਡ ਕਰ ਪਾਉਂਦਾ ਹੈ ਕਿ ਇਹਦੀ ਬਿਊਟੀ ਕੀ ਹੈ ਜੀ ਤੇ ਇਸ ਦੇ ਵਿੱਚ ਤੁਹਾਨੂੰ ਕੀ ਮਿਲਦਾ ਹੈ ਜੀ ਜੀ ਸੋ ਦਿਸ ਇਜ਼ ਵਾਟ ਆਈ ਫੈਲਟ ਦੈਟ ਇਟ ਵਾਸ ਲਾਈਕ ਮੈਡੀਟੇਸ਼ਨ ਫॉर ਮੀ ਓਕੇ ਲੋਕੀ ਕਹਿੰਦੇ ਨਾ ਪਾਠ ਕਰ ਲਓ ਤਾਂ ਉਹੀ ਮੈਡੀਟੇਸ਼ਨ ਹੈ ਹਾਂਜੀ। ਜਾਂ ਯੋਗਾ ਕਰਕੇ ਬਰੀਥਿੰਗ ਐਕਸਰਸਾਈਜ਼ਸ ਕਰ ਲਓ ਉਹ ਮੈਡੀਟੇਸ਼ਨ ਹੈ ਬਟ ਇਟਸ ਨਾਟ ਦੈਟ wherever you feel the happiness, ਹਾਂਜੀ ਹਾਂਜੀ wherever you feel you can breathe better, ਹਾਂਜੀ that's what is basically meditation. ਹਾਂਜੀ ਹਾਂ Then I feel I connect to nature with that. So when I ride, I forget time, I forget everything around me, all my worries, all my stress. ਜੀ So it becomes like a stress buster for me. ਓਕੇ So I feel I think every woman should do that because I think they go through a lot of pressure in life. Okay. They have to look after their families, their society. They have to see so many things around. But by the end of the day, they're always feeling, what are they doing for themselves? ਰਾਈਟ I felt where I actually felt I belong here. ਜੀ And I just love it. I enjoy it so much that I want every woman to do something which is passion for them. ਜੀ ਜੀ They should pursue with their passion, Right. which usually they don't do. ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਹਿਸਾਬ ਨਾਲ ਸਾਰੀ ਔਮਨ ਨੂੰ ਇਹ ਕਰਨਾ ਚਾਹੀਦਾ ਹੈ ਬਾਈਕਿੰਗ ਕਰਨੀ ਚਾਹੀਦੀ ਹੈ ਪਰ ਅੱਜ ਦੇ ਸਮਾਜ ਭਾਵੇਂ ਆਪਾਂ ਬਹੁਤ ਜ਼ਿਆਦਾ ਮਾਡਰਨ ਹੋ ਗਏ ਆ ਪਰ ਫਿਰ ਵੀ ਇੱਕ ਰਿਸਟ੍ਰਿਕਸ਼ਨ ਸਾਡੇ ਸਮਾਜ 'ਚ ਹੈਗੀ ਹੈ ਮਤਲਬ ਔਰਤਾਂ ਨੂੰ ਕਿ ਉਹ ਇਹੋ ਜਿਹੇ ਐਡਵੈਂਚਰਸ ਕੰਮ ਨਾ ਕਰਨ ਜਾਂ ਘੱਟ ਕਰਨ ਮਤਲਬ ਤੁਹਾਨੂੰ ਕਿਵੇਂ ਮਤਲਬ ਲੱਗਿਆ ਜਦੋਂ ਤੁਸੀਂ ਸ਼ੁਰੂ ਕੀਤਾ ਕਿ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਸਪੋਰਟ मिली कि नहीं कितना नहीं देखिए सोशल प्रेशर तो हर एक जगह पे है हाँ जी वो घर में भी होता है काम करो ना करो बाहर भी होता हाँ है जी। इफ़ यू आर डूइंग सम वर्क आउटसाइड द हाउस सो इफ़ यू स्टार्ट थिंकिंग ऑन दैट आई एम लाइक आई थिंक यू कैन नॉट सर्वाइव जी इट्स लाइक कुछ तो लोग कहेंगे लोगों का काम है कहना हाँ जी हाँ जी so they will keep saying हाँ जी। if you stop giving that thing as a pressure on you let not people affect on you. If the day you'll start letting them do that, what they want to do, you'll be a failure. So I believe just be a warrior, not a warrior. नोट वरी राइट Yes, आप वरी करने लग जाते हैं जी। तब सिर्फ वरी तक ही रह जाएंगे. जी जब आप वॉरियर बन जाएंगे लोग आपके आगे वो ऐसे स्टेटमेंट्स लाएंगे ही नहीं बिकॉज दे नो शी इज़ अ वॉरियर शी वुड नॉट टेक एनी शिट Right. शी वुड नॉट टेक एनी न्यूसेंस. राइट So I think that's how it is. It doesn't matter. जी। I feel women should focus on what they want to do in life. जी पहले बात तो मैं यही कहूँगी कि लोगों को ये नहीं सोचना चाहिए कि हम घर ही बैठे रहें और हमारे को सब कुछ प्रोवाइड हो जाए. हर एक लड़की को काम करना चाहिए. जी। हम पढ़े हैं पढ़े लिखे हैं. If you are being given that education from our parents, there's a reason to it. There's a back to it कि आप पढ़ो ज़िंदगी में कुछ करो अपने लिए खुद बनाओ. जी Don't depend on your husband. Don't depend on anyone else around you that your family should look after you. Can you believe it? I never used to take any pocket money from my parents. जब मैं 10th grade में थी तब मैंने काम करना शुरू करा अपने डैड के साथ बिजनेस शुरू किया and I was through and through with him. I'm like from 10th grade I started and till today I'm looking after his business. So I'm carrying his legacy with me. ओके So काम कर रही थी तो I had the confidence to deal with anything around me. जी अगर किसी की मदद करनी है तो कर सकती हूँ किसी को कि कोई हेल्थ इश्यूज हैं कुछ है आई कैन ऑलवेज बी देयर फॉर देम जी। इफ एनी वुमन इज गोइंग थ्रू सम ट्रॉमा बिकॉज आई हैव बीन इवन डूइंग सोशल वर्क रिगार्डिंग दैट. जी मैं हर एक चीज़ में आई एम लाइक आई हैव बीन इन्वॉल्विंग माई सेल्फ टू इट जस्ट बिकॉज आई वॉज फाइनेंशियली स्ट्रॉन्ग. अगर आप काम कर रहे हो आपके पास मनी है तो यू कैन प्रोवाइड इट. यू कैन बी अ प्रोवाइडर टू योर फैमिली ऑल्सो. यू कैन प्रोवाइडर टू पीपल अराउंड यू. जी तो सोसाइटी के बोलने ना बोलने से फ़र्क नहीं पड़ता फिर बिकॉज पीपल देर लॉट ऑफ पीपल हु देयर टू अप्रिशिएट यू ऑल्सो फॉर योर गुड डीड्स. जी अच्छे कर्म करते रहो फल की इच्छा मत करो. ऑफ कोर्स राइट वी विल ऑलवेज गेट दैट थिंग जी 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 ओनली इफ वी स्टॉप थिंकिंग ऑन कि मुझे क्या मिलेगा. राइट सो आई जस्ट गो बाय दैट. आई जस्ट गो विद द फ्लो. आई डोंट थिंक व्हाट पीपल आर टेकिंग एन ओपिनियन फॉर मी. इट डजंट मैटर टू मी एट ऑल. जी I believe in freedom and letting the other person also have that freedom in life. जी
ਅਸੀਂ ਅਕਸਰ ਦੇਖਿਆ ਜੀ ਜਿਹੜੇ ਬਾਈਕਿੰਗ ਗਰੁੱਪ ਹੁੰਦੇ ਨੇ ਉਹ ਕਾਫੀ ਵੱਡੇ ਗਰੁੱਪ ਹੁੰਦੇ ਨੇ 10 ਬੰਦਿਆਂ ਦਾ 15 ਬੰਦਿਆਂ ਦਾ 20 ਬੰਦਿਆਂ ਦਾ ਤਾਂ ਮੋਸਟਲੀ ਉਸ ਗਰੁੱਪ 'ਚ ਸਾਰੇ ਮੇਲ ਹੁੰਦੇ ਨੇ ਸਾਰੇ ਬॉयਜ਼ ਜਾਂ ਮਰਦ ਹੀ ਹੁੰਦੇ ਨੇ ਕਿ ਤੁਹਾਡੇ ਗਰੁੱਪ 'ਚ ਸਾਰੇ ਮੇਲਸ ਨੇ ਜਾਂ ਤੁਹਾਡਾ ਗਰੁੱਪ ਬਹੁਤ ਵੱਡਾ ਗਰੁੱਪ ਹੈ ਜਾਂ ਕਿੱਦਾਂ? ਹਾਂਜੀ ਹਾਂਜੀ, ਮੈਂ ਰੀਸੈਂਟਲੀ ਹੁਣ ਗੋਸਟ ਰਾਈਡਰਸ ਦੇ ਨਾਲ ਹੈਗੀ ਹਾਂ। ਅੱਛਾ ਜੀ, Very good group and very efficient people, and they're very good with their rides. ਅੱਛਾ ਜੀ, They take care of each and every rider, and they make it sure that nobody's left behind. They'll keep a track of everything, and definitely there's another woman in that, but she comes off and on. Yeah. So because I tell you, if you're happy in your own corner, then you can pursue with your this thing also. कुछ लोगों का ये होता है, मेरा होता है मेरी हैप्पीनेस उनसे मिलती है, सो इसलिए मैं निकल जाती हूँ। जी। एंड दे आर वेरी सपोर्टिव, दे रियली हेल्प मी आउट विद थिंग्स, दे नेवर लेट मी फील दैट आई एम अ lady out there and they need to, I always tell them one thing, you can take me as a rider, don't take me as a lady. जी, आप जिस दिन अपने ग्रुप में being all men, you take one lady as a lady rider, then you always have issues. अगर आप as a simple rider लेकर चलेंगे तो कभी आपको कोई problems नहीं आएंगे। जी, और मैं अपनी बाउंड्रीज बना कर रखती हूँ। जी, आई मेक इट श्योर आई स्पीक ओनली व्हाट इज़ रिक्वायर्ड, आई डोंट स्पीक मोर देन दैट। एंड ਤੇ ਕਿੰਨੇ ਤੁਹਾਡੇ ਰਾਈਡਰ ਨੇ ਜੀ ਤੁਹਾਡੇ ਗਰੁੱਪ 'ਚ? ਆਲਮੋਸਟ 40 ਹੋਣਗੇ। 40 ਹੋਣਗੇ ਜੀ। ਹਾਂਜੀ। ਤੇ ਤੁਸੀਂ ਸਿਰਫ ਉਸ 'ਚ ਤੁਸੀਂ ਦਾ ਯੂ ਆਰ ਦਾ ਓਨਲੀ ਵਨ ਜਿਹੜੇ ਮਤਲਬ ਔਨ ਦਾ ਓਨਲੀ ਫੀਮੇਲ ਰਾਈਡਰ ਇਨ ਦੈਟ ਗਰੁੱਪ? No, I have one more female rider. ਹਾਂਜੀ, She comes, but that's what I'm saying. She's not very regular. I'm a very regular person with it because मुझे लगता है जैसे पाठ पूजा करनी है तो ये भी मेरे लिए बहुत ज़रूरी है, बिकॉज ये मेरी मेडिटेशन है by the end of it. जी, तो मेरे को हर संडे निकलना ही निकलना है। जी। आई हैव टू गो इन द मॉर्निंग एंड आई कम बाय आफ्टरनून, एंड आफ्टर द रेस्ट ऑफ द डेज फॉर माई फैमिली। तो आपकी राइड संडे को होती है मोस्टली? हर संडे होती है। हर संडे को? हर संडे होती है। वी गो टू डिफरेंट प्लेसेस, कभी हम धर्मपुर जा रहे हैं, कभी कसौली जा रहे हैं, कभी वी गो टू जलंधर, लुधियाना, अमृतसर, वेयरएवर। तो So तो आपकी अब तक की सबसे जो बड़ी राइड कौन सी रही है? Goa. From Chandigarh to Goa. That was exclusive. That was breathtaking. The kind of a scenic view and open roads were there. It was beautiful. I'm like, the roads were really bad also in between, especially Jaipur side. But there were a lot of humps, a lot of potholes. Off-roading भी थी काफ़ी बीच में. And we lost way so many time. ऑफ ट्रैक हो जाते हैं बिकॉज ग्रुप जब जाता है तो थ्रू आउट आप ट्रैक नहीं हो पाते कई जी, बार। जी। सो यू हैव टू गो बाय योर गूगल मैप। समटाइम्स आपको गूगल मैप भी आपको धोखा दे जाता है। हाँ जी, सो यू हैव टू फिगर आउट बाय कॉलिंग बाय बिकॉज वी ऑल हैव हेलमेट्स जिसके साथ स्काला या कार्डोल फिक्स्ड होता है। मतलब दैट्स काइंड ऑफ अ वॉकी गैजेट्स होते हैं आपके पास? गैजेट्स होते हैं जो कनेक्टेड होते हैं। इट्स लाइक यू कैन मेक अ कॉल, जी। यू कैन लिसन टू योर स्पॉटिफाई, यू कैन टॉक connection, you're like intercom kind of a thing. So it's very convenient to communicate with them. So you talk to them, find your way, you send them your location, they send them their location to us. So we figure out somehow and we come to some place where it's common corner, like. तो ਚੰਡੀਗੜ੍ਹ ਤੋਂ ਗੋਆ ਤੱਕ ਦਾ ਸਫ਼ਰ ਜਿਹੜਾ ਸੀਗਾ ਬਾਈਕ ਤੇ ਉਹ ਕਿੰਨੀ ਟਾਈਮ ਸਫ਼ਰ ਹੁੰਦਾ? 2 दिन 3 दिन कितना टाइम लगता See, हमारे 3.5 दिन लगे थे। 3.5 दिन? 3.5 दिन। तो 3.5 दिन में आप रास्ते में ब्रेक लेते जाते Yes, हमारे 10:30-11 घंटे की राइड होती थी। I had taken my daughter with me. Oh. मेरी बेटी, I have a son and a daughter. My son is 21 years old and my daughter is 16 plus. I've taken my daughter with me. She's very adventurous. She's just my reflection, I would say that. हाँ जी, And she was studying in Dehradun, but that time she was here on her holidays. So I told her to join me. She was pretty excited. She was like, okay, I'll take care of everything. She was my backup for everything. Because जब हम हेलमेट डाल लेते हैं तो उस टाइम पे बहुत क्लॉस्ट्रोफोबिक भी होता है। हाँ जी, After some time you feel that you're feeling drowsy, you want to sleep. तो आपकी eyes droop down होने लग जाती हैं। That's the time my daughter used to knock at me, start singing songs. Because she's a very good singer. Okay. She sings very well. हाँ Her name is also Geet. Oh. I'm like Gungeet. Gungeet. So it reflects her personality basically. हाँ जी, So she was the one who was knocking, Mama, I'm singing a song for you, just listen to it. And I used to be alert. She used to keep knocking, Mama, are you okay? I hope you're not feeling sleepy. So we used to stop by, hydrate ourselves. We even carry our hydration bags also, which has some kind of a pipeline and all, which gets fixed into your helmet, and you can keep drinking water, hydrate yourself by having like electrolytes or something, which is very important because otherwise you can fall. Your mind stops working. वो block हो जाता है। तो ਜਰਨੀ ਅਸੀਂ ਇਹ ਵੀ ਦੇਖਿਆ ਕਿ ਜਦੋਂ ਰਾਈਡਸ ਲੰਬੀਆਂ ਹੁੰਦੀਆਂ ਨੇ ਤਾਂ ਜਿਹੜੇ ਰਾਈਡਰ ਗਰੁੱਪ ਹੁੰਦੇ ਨੇ ਉਹ ਜਾਂਦੇ ਤਾਂ ਆਪਣੀ ਬਾਈਕ 'ਤੇ ਨੇ
ਤੇ ਵਾਪਸੀ ਕਈ ਵਾਰ ਫਲਾਈਟ ਲੈ ਕੇ ਜਾਂ ਕਈ ਵਾਰ ਬੱਸ ਤੇ ਵੀ ਆਉਂਦੇ ਨੇ, ਕਈ ਵਾਰ ਟ੍ਰੇਨ ਤੇ ਵੀ ਆਉਂਦੇ ਨੇ, ਕਿ ਤੁਸੀਂ ਵੀ ਇਦਾਂ ਕਰਦੇ ਹੋ ਕੀ ਮਤਲਬ? एग्जैक्टली आई डू दैट, आई गॉट इट टोल्ड बिकॉज मेरे को वापस आने में फिर 3-3.5-4 दिन लगते ਹਾਂਜੀ और आई हैव माई वर्क ऑल्सो, आई हैव माई वर्क इज़ माई priority ਹਾਂਜੀ and my family at the same time. ਹਾਂਜੀ So I was committed to my work that time because it was my peak time of my work. So I went on bike. While coming, we came on flight. ਤੇ ਫਿਰ ਬਾਈਕ ਤੁਹਾਡਾ ਕੌਣ ਲੈ ਕੇ ਆਉਂਦਾ ਜੀ ਉੱਥੋਂ? ट्रक ते आंदा टो के। ਟਰੱਕ ਤੇ ਆਉਂਦਾ हाँ ਜੀ? जी, हाँ जी। ਓਕੇ। ਤੋ ਜਿਵੇਂ ਤੁਹਾਨੂੰ ਪੁੱਛਿਆ ਮੈਂ ਕਿ ਤੁਹਾਡੇ It's an expensive affair. It's quite an expensive affair because ਜਾਣਾ ਤੁਸੀਂ ਬਾਈਕ ਤੇ ਉਹ ਟੋ ਕੇ ਵਾਪਸ ਆਣੀ ਉੱਥੋਂ ਗੋਆ ਤੋਂ। ਹਾਂਜੀ 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 ਖਰਚਾ ਬਹੁਤ ਪੈਂਦਾ ਹੈ ਬਟ ਇਟਸ ਆਲ ਰਾਈਟ ਬਿਕਾਜ਼ ਪੈਸ਼ਨ ਦੇ ਉੱਤੇ ਕੁਝ ਨਹੀਂ ਹੁੰਦਾ। ਹਾਂਜੀ ਐਕਸਪੈਂਸਿਵ ਤਾਂ ਹੋਣੇ ਹੈ ਜੀ, ਮਤਲਬ ਮੇਰੇ ਹਿਸਾਬ ਨਾਲ ਜਿਹੜਾ ਇਕੱਲਾ ਤੁਹਾਡਾ ਬਾਈਕ ਵੀ ਹੁੰਦਾ ਹਾਰਲੇ ਦਾ, ਉਹ ਵੀ ਕਾਫੀ ਮਹਿੰਗਾ ਹੁੰਦਾ। Absolutely. ਤੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਬਾਈਕ ਹੈ ਤਾਂ ਪੂਰੇ ਇੰਡੀਆ 'ਚ 3 ਹੀ ਬਾਈਕ ਨੇ, ਇਹ ਤੁਹਾਡੇ ਕੋਲ ਤੀਜਾ ਬਾਈਕ ਪੂਰੇ ਇੰਡੀਆ ਦਾ ਹੈਗਾ, exactly. ਤਾਂ ਆਮ ਸ਼ੋਰ ਕਿ ਉਹ ਬਾਈਕ ਕਾਫੀ ਮਹਿੰਗਾ ਹੀ ਹੋਣਾ ਜੀ। Definitely. ਤੇ ਇੱਕ ਗੱਲ ਹੋਰ ਦੱਸੋ, ਜਿਹੜਾ ਤੁਹਾਡਾ ਬਾਈਕ ਹੈ ਤੁਸੀਂ ਕੀ ਨਾਮ ਦੱਸਿਆ ਉਹਦਾ? ਹੈਰੀਟੇਜ? Heritage. ਹੈਰੀਟੇਜ Heritage, that's an anniversary bike, limited ਅੱਛਾ। edition, yeah. ਤੇ ਮੇਰੇ ਹਿਸਾਬ ਨਾਲ ਉਹਦੀ ਜਿਹੜੀ ਹੈਗੀ ਹੈ ਡਾਇਮੈਂਸ਼ਨ ਕਾਫੀ ਲੰਬੀ ਚੌੜੀ ਤੇ ਕਾਫੀ ਭਾਰੀ ਹੁੰਦਾ ਹੋਣਾ ਜੀ। It's 1850 cc. 1850 ਸੀਸੀ ਦਾ ਬਾਈਕ? Exactly, that's a ਮਤਲਬ ਇੱਕ bigger ਆਮ engine ਕਾਰ than the ਨਾਲੋਂ car ਇੱਕ bike. ਆਮ ਕਾਰ ਨਾਲੋਂ ਜ਼ਿਆਦਾ ਪਾਵਰਫੁਲ ਬਾਈਕ? ਹਾਂਜੀ ਹਾਂਜੀ, ਗੱਡੀ ਤੋਂ ਜ਼ਿਆਦਾ ਵੱਡਾ ਇੰਜਨ ਹੈ ਇਸ ਦਾ ਤੇ ਇਸ ਦਾ weight ਹੀ 350 ਕਿਲੋ ਹੈ। ਤੁਹਾਨੂੰ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਵੀ ਤੁਹਾਡੀ ਬੋਡੀ ਦੇਖ ਕੇ ਲੱਗਦਾ ਤੁਸੀਂ ਬਾਈਕ ਚਲਾਇਆ ਹੋਣਾ ਅੱਜ ਤੱਕ? ਬਿਲਕੁਲ ਵੀ ਨਹੀਂ, ਉनको ਪਤਾ आई एम अ बोल्ड वुमन, आई कैन डू इट and I really don't listen to those people who give me that negative approach. ਤੁਸੀਂ ਸੁਣਿਆ ਹੀ ਉਹਨਾਂ ਨੂੰ ਕਹਿ ਰਹੇ ਹੋ ਨਾ, ਮੇਰਾ ਇੱਕ ਅਸੂਲ ਹੈਗਾ, ਮੈਂ ਸੁਣਦੀ ਉਹਨਾਂ ਨੂੰ ਹੈਗੀ ਆ ਜੋ ਚੰਗਾ ਬੋਲਦੇ ਹੈ, ਜੋ ਬੁਰਾ ਬੋਲਦੇ ਹੈ ਆਈ ਪੁੱਟ ਰਿਫਲੈਕਟਰਸ। ਨਹੀਂ ਉਹ ਅੱਛੀ ਗੱਲ ਹੈ, ਗੁੱਡ ਗੁੱਡ ਗੁੱਡ। ਮੈਂ ਤੁਹਾਨੂੰ ਜਿਵੇਂ ਪੁੱਛਿਆ ਕਿ ਤੁਹਾਡਾ ਜਿਹੜਾ ਗਰੁੱਪ ਹੈ ਉਸ 'ਚ ਮੇਲ ਮੈਂਬਰ ਜ਼ਿਆਦਾ ਨੇ ਤੇ ਤੁਸੀਂ ਮੇਲ ਮੈਂਬਰ ਹੀ ਹੈਗੇ, ਮੇਲ ਮੈਂਬਰ ਹੀ ਹੈਗੇ, ਆਮ ਲਾਈਕ ਇੱਕ ਅੱਧੀ ਕੁੜੀ ਹੈਗੀ ਨਾਲ ਮੇਰੀ, ਦੈਟਸ ਇਟ। ਤੁਸੀਂ ਜਾਂ ਇੱਕ ਅੱਧੀ ਕੁੜੀ ਹੋਰ ਹੈ? ਗੋਆ ਰਾਈਡ ਵੀ ਕੱਲੀ ਮੈਂ ਹੀ ਕੀਤੀ ਸੀ। ਇਕੱਲੇ ਕਿਸ ਗਏ ਸੀ? ਤੁਹਾਡੀ ਬੇਟੀ ਨਾਲ ਗਈ ਸੀ? ਬੇਟੀ ਮੇਰੇ ਨਾਲ ਗਈ ਸੀ। ਅੱਜ ਕੱਲ੍ਹ ਦੇ ਸਮਾਜ ਭਾਵੇਂ ਆਪਾਂ ਜਿੰਨੇ ਮਰਜ਼ੀ ਮਾਡਰਨ ਹੋ ਜਾਈਏ, ਫਿਰ ਵੀ ਕਿਤੇ ਨਾ ਕਿਤੇ ਸਮਾਜ 'ਚ ਇਹ ਚੀਜ਼ ਬਿਲਕੁਲ ਸਟੀਰੀਓਟਾਈਪ ਬਣੀ ਜਾਂਦੀ ਹੈ ਕਿ ਇੱਕ ਕੁੜੀ ਹੋ ਕੇ 20 ਮੁੰਡਿਆਂ ਦੇ ਗਰੁੱਪ ਨਾਲ ਜਾਂਦੀ ਹੈ। ਤੁਹਾਨੂੰ ਵੀ ਇਹੋ ਜਿਹੀਆਂ ਗੱਲਾਂ ਸੁਣੀਆਂ ਪਈਆਂ ਸਮਾਜ 'ਚੋਂ? ਸੋ ਮੈਂ ਕਦੀ ਇਸ ਚੀਜ਼ 'ਤੇ ਨਾ ਗੌਰ ਪਾਇਆ ਹੀ ਨਹੀਂ ਬੇਸਿਕਲੀ। ਜੀ ਜਦ ਮੈਨੂੰ ਪਤਾ ਮੇਰੇ ਪੇਰੈਂਟਸ ਮੇਰੇ ਨਾਲ ਖੁਸ਼ ਹੈ ਕਿ ਉਹਨਾਂ ਨੂੰ ਪਤਾ ਮੈਂ ਇਸ ਵਿੱਚ ਖੁਸ਼ ਹਾਂ, ਜੀ ਮੇਰੇ ਇਨ-ਲॉज ਖੁਸ਼ ਹੈ ਮੇਰੇ ਨਾਲ, ਉਹਨਾਂ ਨੂੰ ਪਤਾ ਮੈਂ ਬੋਲਡ ਆਈ ਕੈਨ ਹੈਂਡਲ ਇਟ। ਮਾਈ ਹਸਬੈਂਡ ਇਜ਼ ਦ ਵਨ ਹੂ ਪੁਸ਼ਸ ਮੀ ਫॉर ਮਾਈ ਰਾਈਟਸ। ਮੈਨੂੰ ਪਤਾ ਮੈਨੂੰ ਖੁਸ਼ੀ ਇਸ ਚੀਜ਼ ਤੋਂ ਮਿਲਦੀ ਹੈ। ਅਗਰ ਤੁਹਾਡੀ ਫੈਮਿਲੀ ਤੁਹਾਡੇ ਨਾਲ ਖੜੀ ਹੈ ਤੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਵਾ ਦਿੰਦੇ ਹੋ, ਤੁਹਾਨੂੰ ਪਤਾ ਹੈ ਤੁਸੀਂ ਡਿਸਪਲਿਨਡ ਹੋ ਆਪਣੀ ਲਾਈਫ ਵਿੱਚ, ਉਹਨਾਂ ਨੂੰ ਪਤਾ ਮੈਂ ਬਹੁਤ ਡਿਸਪਲਿਨਡ ਹਾਂ, ਜਾਂ ਮੈਂ ਸਵੇਰੇ ਜਿਮ ਜਾਣਾ ਹੈ ਜਾਂ ਮੈਂ ਰਾਤੀ 2 ਵਜੇ ਸੋ ਜਾ, I will get up by 5:36 in the morning. I have to go for my gym. ਜੀ ਨਾ ਮੈਂ ਉਹ ਛੱਡਾਂ ਨਾ ਮੈਂ ਆਪਣਾ ਕੰਮ ਛੱਡਾਂ, ਜਾਂ ਮੈਂ ਫਲਾਈਟ ਤੋਂ ਥੱਕੀ ਹੋਈ ਆਵਾਂ ਜਾਂ whatever I've done, but still I'll go for my walk. ਤਾਂ ਉਹਨਾਂ ਨੂੰ ਪਤਾ ਮੈਂ ਬਹੁਤ ਡਿਸਪਲਿਨਡ ਹਾਂ ਹਰ ਇੱਕ ਵੇ ਨਾਲ, ਮੈਂ ਹਰ ਇੱਕ ਚੀਜ਼ ਨੂੰ ਮੈਨੇਜ ਕਰ ਲੈਂਦਾ, ਮੈਂ ਫੈਮਿਲੀ ਨੂੰ, ਬੱਚਿਆਂ ਨੂੰ, ਵਰਕ ਨੂੰ, ਸਭ ਨੂੰ ਆਪਣੀ ਆਪਣੀ ਪ੍ਰਾਇੋਰਟੀਜ਼ ਦਿੱਤੀਆਂ ਤੇ ਉਹ ਸਭ ਕਰਦੀਆਂ, ਤੇ ਇਸ ਲਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਜੀ when you give the right kind of a thing to each and every corner of it, then you don't get problems. ਅਗਰ ਤੁਸੀਂ ਇੱਕ ਜਗ੍ਹਾ ਤੇ ਡਿਵੋਟਡ ਹੋ ਜਾਂਦੇ ਹੋ ਨਾ, ਤਦ ਪ੍ਰੋਬਲਮਸ ਆਉਂਦੀਆਂ। ਤਾਂ ਫਿਰ ਵੀ ਮਤਲਬ ਭਾਵੇਂ ਤੁਹਾਡਾ ਪਰਿਵਾਰ ਤੁਹਾਨੂੰ ਸਪੋਰਟ ਕਰਦਾ ਹੈ, ਤੁਹਾਡੇ ਹਸਬੈਂਡ, ਤੁਹਾਡੇ ਹੋਰ ਪਰਿਵਾਰ ਦੇ ਮੈਂਬਰ ਤੁਹਾਨੂੰ ਸਪੋਰਟ ਕਰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਸਮਾਜ ਦੇਖਦੇ ਹਾਂ, ਤੁਹਾਡੇ ਪੜੋਸ 'ਚ ਅੜੋਸ 'ਚ ਤੁਹਾਡੇ ਰਿਸ਼ਤੇਦਾਰਾਂ 'ਚ ਇਹ ਗੱਲ ਜ਼ਰੂਰ ਆਉਂਦੀ ਹੈ ਕਦੀ ਕਿ ਯਾਰ ਉਹ ਇਕੱਲੀ ਕੁੜੀ ਹੋ ਕੇ 20 ਮੁੰਡਿਆਂ ਨਾਲ ਜਾਂਦੀ ਹੈ। ਕਹਿੰਦੇ ਸੀ ਸਰ, ਦੇਖੋ ਮੈਂ ਪਹਿਲੇ ਰਨਿੰਗ ਕਰਦੀ ਸੀਗੀ। ਅੱਛਾ ਜੀ। ਮੈਂ ਬਹੁਤ ਮੈਰਾਥਨਸ ਕੀਤੀਆਂ, ਮੈਂ ਫੁੱਲ ਮੈਰਾਥਨਸ, ਅਲਟਰਾ ਰਨ ਸਭ ਕੀਤੇ ਨੇ ਜੀ। ਫਿਰ ਮੈਂ ਸਾਈਕਲਿੰਗ ਵਿੱਚ ਆ ਗਈ ਸੀਗੀ, ਤਾਂ ਵੀ ਮੈਂ ਇਕੱਲੀ ਕੁੜੀ ਹੁੰਦੀ ਸੀਗੀ ਸਾਈਕਲਿੰਗ ਵਿੱਚ ਉਹਨਾਂ ਨਾਲ, ਬॉयਜ਼ ਨਾਲ। ਜੀ। ਬਹੁਤ ਸਾਈਕਲਿੰਗ ਕੀਤੀ ਹੈ ਮੈਂ ਤਾਂ, ਈਵਨ ਨਾਈਟ ਰਾਈਡਸ 'ਤੇ ਵੀ ਬਹੁਤ ਗਈ ਹਾਂ। ਸਾਈਕਲਿੰਗ 'ਤੇ ਮੇਰੀ ਇੱਕ ਰਾਈਡ ਸੀਗੀ ਸਾਈਕਲਿੰਗ ਵਿੱਚ ਚਿੰਤਪੁਰਨੀ ਦੀ ਰਾਈਡ, ਇਹ ਸਾਡੀ ਜਲੰਧਰ ਤੋਂ ਸ਼ੁਰੂ ਹੋਈ ਸੀਗੀ। ਹਾਂਜੀ। ਅਤੇ ਚਿੰਤਪੁਰਨੀ ਗਈ ਸੀਗੀ। ਹਾਂਜੀ। ਅਤੇ ਜਦੋਂ ਰਾਈਡ ਹੋਣੀ ਸੀਗੀ ਉਸ ਟਾਈਮ ਥੰਡਰਸਟੋਰਮ, ਨਾਲੇ ਇੰਨੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਪਰ ਉਹਨਾਂ ਨੇ ਰਾਈਡ ਨੂੰ ਰੋਕਿਆ ਨਹੀਂ, ਉਹ ਕਹਿੰਦੇ ਰਾਈਡ ਤਾਂ ਹੋਏਗੀ ਤਾਂ ਵੀ। ਜੀ। ਅਸੀਂ ਚਲੇ ਗਏ, ਆਈ ਵੈਂਟ ਔਨ ਐਂਡ ਸਾਰੇ ਮੇਰੇ ਨਾਲ ਬॉयਜ਼ ਸੀਗੇ, ਦੇ ਵਰ ਅਰਾਊਂਡ 60 to 70 ਬॉयਜ਼ ਦੇ ਨਾਲ। ਮੇਰੇ ਨਾਲ ਇੱਕ ਹੋਰ ਕੁੜੀ ਸੀਗੀ, ਬਟ ਉਹਨੇ 60-70 ਕਿਲੋਮੀਟਰ ਤੋਂ ਬਾਅਦ ਗਿਵ ਅਪ ਕਰਤਾ ਸੀਗਾ। ਜੀ। ਸ਼ੀ ਕੁਡ ਨਾਟ ਡੂ ਇਟ। ਅਤੇ ਮੈਂ ਲਾਂਗੀ ਰਾਤੀ, ਆਈ ਹੈਵ ਸਮ ਫੀਅਰਸ ਇਨ ਮਾਈ ਦਿਸ ਥਿੰਗ, ਲਾਈਕ ਡਾਰਕਨੈਸ, ਆਈ ਹੈਵ ਫੀਅਰਸ, ਬਟ ਦੈਟ ਵਾਜ਼ ਦ ਟਾਈਮ ਵੈਨ ਆਈ ਫੈਲਟ ਚੈਲੰਜਡ। ਮੈਨੂੰ ਇਹ ਵੀ ਨਹੀਂ ਪਤਾ ਸੀ ਜੋ ਰਾਈਡ ਹੈਗੀ ਉਹ ਡੇਅਰ ਰਾਈਡ ਹੈਗੀ, ਕਿਵੇਂ ਦੀ ਹੈਗੀ, ਬਟ ਆਈ ਵੈਂਟ ਔਨ। ਜੀ। ਐਂਡ ਰਸਤੇ ਵਿੱਚ ਮੇਰੇ 'ਤੇ ਡੌਗ ਅਟੈਕਸ ਹੋਏ। I got freaked out because I'm scared of dogs also at the same time. They were all stray dogs.
ਫਿਰ ਸਾਡੇ ਉੱਤੇ ਰੋਬਰਸ ਨੇ ਵੀ ਉਹ ਕੀਤਾ, ਦੇ ਵਾਂਟਡ ਟੂ ਸਨੈਚ ਆ ਬਾਈਕਸ ਬਿਕਾਜ਼ ਸਾਡੀ ਬਾਈਸਾਈਕਲ ਸੀ ਬੜੀ ਐਕਸਪੈਂਸਿਵ ਸੀਗੀਆਂ. ਹਾਂਜੀ ਹਾਂਜੀ. So I don't know, we managed it somehow because ਮੇਰਾ ਜੋ ਨਾਲ group ਸੀਗਾ, I had hidden myself behind, I'm like somewhere behind the bushes. ਤੇ ਉਹ ਅੱਗੇ ਹੋ ਕੇ ਉਹਨਾਂ ਨੇ ਉਹਨੂੰ ਹੈਂਡਲ ਕੀਤਾ ਤਾਂ ਮੈਂ ਅੱਗੇ ਗਈ. ਫਿਰ ਅੱਗੇ ਅਸੀਂ ਗਏ ਤਾਂ ਇੱਕ ਰਾਈਡਰ ਸਾਡਾ ਨਾਲ ਸੀਗਾ ਜੋ ਦਿੱਲੀ ਤੋਂ ਸੀਗਾ, ਉਹ ਵੈਲੀ ਵਿੱਚ ਗਿਰ ਗਿਆ, ਕੋ ਰਾਈਡਰ. ਤੇ ਉਹ ਵੀ ਲਾਈਕ ਇਟ ਵਾਸ ਵੈਰੀ ਸਕੈਰੀ. ਦਿਖ ਕੁਛ ਨਹੀਂ ਰਿਹਾ ਸੀਗਾ. देयर वाज लॉट ऑफ you could just hear animal noises and all. तो वो वॉइसेस भी थोड़ा आपको फ्रीक आउट करती है ना रात को, जब आप इतने अंधेरे में जा रहे हो, पिच डार्क में, there is no light, there is no escape to anything, you know. So बस ਉਹਨੂੰ ਕਿਸੇ ਤਰ੍ਹਾਂ ਅਸੀਂ ਕੱਢਿਆ ਵਿੱਚੋਂ, ਵੈਲੀ 'ਚੋਂ. he had broken his leg. ਤਾਂ ਉਹਨੂੰ ਅਸੀਂ ਆਪਣੇ ਬੈਕਅਪ ਵਾਹੀਕਲ ਵਿੱਚ ਪਾ ਕੇ ਉਹਨੂੰ ਹਸਪੀਟਲ ਪਹੁੰਚਾਇਆ. ਫਿਰ ਅਸੀਂ ਅੱਗੇ ਗਏ. ਫਿਰ ਆਉਂਦੇ ਹੋਏ ਜੋ ਡਿਕਲਾਈਨ ਸੀਗਾ, it was so scary because ਤੁਹਾਡੀ ਬ੍ਰੇਕ 'ਤੇ ਕੰਟਰੋਲ ਨਹੀਂ ਹੁੰਦਾ. you have to let it go. ਜੀ. ਸਾਡੇ ਬਾਈਕ ਦੇ ਨਾਲ ਰਿਫਲੈਕਸ਼ਨ ਫੇਸ 'ਤੇ ਆਇਆ ਅਤੇ ਦਿਖਣਾ, ਤੁਸੀਂ ਬਲਾਈਂਡਫੋਲਡ ਹੋ ਜਾਣ, ਤੁਹਾਨੂੰ ਦਿਖਦਾ ਹੀ ਨਹੀਂ ਉਸ ਤੋਂ ਬਾਅਦ. ਅਤੇ ਮੈਂ ਵੀ ਵੈਲੀ ਵਿੱਚ ਗਿਰਨ ਲੱਗੀ ਸੀਗੀ. ਸੋ there were a lot of incidents, but ultimately I covered up with all that. So it worked. I felt it was one of my best experience of my life with DARE. And I became a devil to it. Okay, I have to complete it. So when we completed, there were like only 13 riders left out of 70 riders, 13 plus me, and 13 were boys and just me. ਬਾਕੀ ਸਾਰੇ ਵਾਪਸ ਆ ਗਏ ਸੀ? ਸਾਰੇ ਵਿੱਚ ਬਾਕੀਆਂ ਨੇ ਕੁਇਟ ਕਰਤਾ ਸੀਗਾ ਬਿਕਾਜ਼ ਰਾਈਡ ਬਹੁਤ ਡਿਫਿਕਲਟ ਸੀਗੀ. ਇਟ ਵਾਸ ਵੈਰੀ ਸਟੀਪ. ਤੁਸੀਂ ਚਿੰਤਪੁਰਨੀ ਗਏ ਹੋਣੇ ਹੋ? ਹਾਂਜੀ ਹਾਂਜੀ. ਅਗਰ ਤੁਸੀਂ ਚਿੰਤਪੁਰਨੀ ਗਏ ਤਾਂ ਤੁਸੀਂ ਐਨਾਲਾਈਜ਼ ਕਰ ਸਕਦੇ ਹੋ ਹਾਂਜੀ ਹਾਂਜੀ ਕਿ ਕਿੰਨਾ ਸਟੀਪ ਹੈਗਾ ਉਹ ਜੀ. it's not easy. It's not easy. But ਉਹ ਵੀ ਮੂਮੈਂਟ ਸੀਗਾ ਕੀਤਾ. ਬਟ ਮੈਨੂੰ ਮੇਰੇ ਹਸਬੈਂਡ ਸਪੈਸ਼ਲੀ ਲੈਣ ਆਏ. ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ whatever you did a commendable job. So ਉਹਨਾਂ ਦੀ ਗੱਲ ਸੁਣ ਕੇ ਜੋ ਬੋਲਦੇ ਸੀਗੇ ਉਹ ਬੰਦ ਹੋ ਗਏ ਜੀ. ਜਦ ਤੁਹਾਡਾ ਫੈਮਿਲੀ ਨਾਲ ਹੁੰਦੀ ਨਾ, ਖੜੀ ਹੁੰਦੀ ਹੈ, ਫਿਰ ਜੋ ਬੋਲ ਰਹੇ ਨੇ ਸ਼ਟ ਡਾਊਨ ਹੋ ਜਾਂਦੇ ਆਪ. ਬਿਲਕੁਲ ਬਿਲਕੁਲ. ਇਸ ਲਈ ਜਸਟ ਬੀ ਵਿਦ ਯੂਰ ਫੈਮਿਲੀ. ਤੁਹਾਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ. ਲੋੜ ਨਹੀਂ ਹੁੰਦੀ. ਬਿਲਕੁਲ ਠੀਕ ਹੈ ਜੀ. ਮੇਰੇ ਮਦਰ ਨੂੰ ਬਹੁਤ ਸਪੋਰਟਿਵ ਹੈਗੇ ਜੀ ਜੀ ਜੀ. she always admires me for whatever I do. She gives my example to 10 people around me. So that's the encouragement I get. That is there. I have a chacha ji. I'm like, he's my chacha-in-law. And he's running electronics business. ਤੇ ਉਹ ਵੀ ਲਾਈਕ ਹੀ ਆਲਵੇਜ਼ ਪੁਸ਼ਡ ਮੀ ਫॉर ਇਟ. ਜਦ ਹੀ ਮੈਂ ਕੋਈ ਰਾਈਡਸ ਜਾਂ ਕੁਛ ਕਰਕੇ ਆਉਂਦੀ ਸੀ, ਮੈਂ ਜਦ ਕੁਛ ਥੋੜ੍ਹਾ ਵੱਡਾ ਕਰਕੇ ਆਉਂਦੀ ਸੀ ਤਾਂ ਸਭ ਤੋਂ ਪਹਿਲੇ ਮੈਨੂੰ ਸੈਲੀਬ੍ਰੇਟ ਮੈਨੂੰ ਕਰਦੇ ਸੀਗੇ ਆਪਣੇ ਫਰੈਂਡਸ ਨੂੰ ਬੁਲਾ ਕੇ. ਹੀ ਅਰੇਂਜਡ ਡਿਨਰ ਫॉर ਅਸ. he honored me there. So ਇਵੇਂ ਦੀਆਂ ਚੀਜ਼ਾਂ ਅਗਰ ਤੁਹਾਡੀ ਫੈਮਿਲੀ ਤੁਹਾਡੇ ਨਾਲ ਜੁੜ ਕੇ ਕਰ ਰਹੀ ਹੈ, ਤੁਹਾਨੂੰ ਨਾਲ ਪਿਆਰ ਦੇ ਰਹੀ ਹੈ, ਤਾਂ ਫਿਰ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ. ਤੁਸੀਂ ਅੱਗੇ ਪਿੱਛੇ ਦੇਖਦੇ ਹੀ ਨਹੀਂ ਹੋ. ਨੈਗੇਟਿਵਿਟੀ ਹੈ ਹੀ ਨਹੀਂ ਨੇੜੇ. ਜ਼ਰੂਰੀ ਹੈ. ਦੇਖੋ ਜੋ ਅੱਜ ਦੇ ਟਾਈਮ 'ਚ ਦੇਖਦੇ ਹਾਂ ਆਪਾਂ, ਮਤਲਬ ਆਪਾਂ ਕਹਿੰਦੇ ਕਿ ਕੁੜੀਆਂ ਘੱਟ ਨਹੀਂ ਹੈ. ਜੇ ਤੁਸੀਂ ਕੁਝ ਕਰਕੇ ਆਓ ਡਿਫਰੈਂਟ, ਤਾਂ ਇਹ ਫਰਜ਼ ਬਣਦਾ ਹੈ ਫੈਮਿਲੀ ਦਾ ਵੀ ਕਿ ਤੁਹਾਨੂੰ ਉਸ ਚੀਜ਼ ਲਈ ਐਪਰੀਸ਼ੀਏਟ ਕਰਨ, ਤਾਂ ਕਿ ਤੁਹਾਨੂੰ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਕਿ ਕੁਝ ਵੱਡਾ ਕਰਨ ਲਈ. ਅਤੇ ਤੁਸੀਂ ਦੱਸਿਆ ਤੁਸੀਂ ਰਨਿੰਗ ਕੀਤੀ ਹੈ, ਤੁਸੀਂ ਸਾਈਕਲਿੰਗ ਕੀਤੀ ਹੈ, ਹੁਣ ਤੁਸੀਂ ਬਾਈਕਿੰਗ ਕਰਦੇ ਹੋ. ਹਾਂਜੀ. ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਐਡਵੈਂਚਰਸ ਤੁਹਾਨੂੰ ਕੀ ਲੱਗਦਾ ਅਤੇ ਤੁਹਾਡਾ ਸਭ ਤੋਂ ਅੱਛਾ ਐਕਸਪੀਰੀਅੰਸ ਕਿਸ ਚੀਜ਼ ਨਾਲ ਹੈ? ਦੇਖੋ, ਮੇਰਾ ਤਿੰਨਾਂ ਵਿੱਚ ਡਿਫਰੈਂਟ ਐਕਸਪੀਰੀਅੰਸ ਸੀਗਾ. ਦੇਰ ਵਾਜ਼ ਡਿਫਰੈਂਟ ਕਾਈਂਡ ਆਫ ਇਮੋਸ਼ਨਸ ਇਨਵੋਲਵਡ ਇਨ ਈਚ ਐਂਡ ਐਵਰੀ ਐਕਟੀਵਿਟੀ ਵਟ ਆਈ ਡਿਡ. ਬਟ ਡੈਫੀਨੇਟਲੀ ਬਾਈਕਿੰਗ ਇਜ਼ ਸਮਥਿੰਗ ਐਲਸ. ਹਾਂਜੀ. ਇਟਸ ਵੇ ਬਿਯੋਂਡ ਦੈਟ ਬਿਕਾਜ਼ ਇੱਕ ਤਾਂ ਤੁਸੀਂ ਡਿਸਟੈਂਸ ਬਹੁਤ ਕਵਰ ਕਰ ਲੈਂਦੇ ਹੋ ਜੀ, ਅਤੇ ਨਾਲੇ ਅਪਾਰਟ ਫਰੋਮ ਦੈਟ ਆਈ ਫੀਲ ਯੂ ਫੀਲ ਲਾਈਕ ਅ ਵਾਰੀਅਰ. ਜੋ ਮਸ਼ੀਨ ਤੁਸੀਂ ਹੋਲਡ ਕੀਤੀ ਹੁੰਦੀ ਹੈ ਨਾ, ਹਾਂਜੀ, ਪਹਿਲਾਂ ਤਾਂ ਤੁਸੀਂ ਉਸ ਨੂੰ ਦੇਖਿਆ ਇਟਸ ਅ ਹੈਡ ਟਰਨਿੰਗ ਬਾਈਕ. ਕੋਈ ਵੀ ਜਾਂਦਾ ਤੁਹਾਨੂੰ ਮੁੜ ਕੇ ਦੇਖਦਾ ਕਿ ਕੀ ਜਾ ਰਿਹਾ ਆਮ ਲਾਈਕ ਸਮਥਿੰਗ ਬਿਗ ਗੋਇੰਗ. ਤੁਹਾਨੂੰ ਉਹੀ ਬਹੁਤ ਪ੍ਰਾਊਡ ਫੀਲਿੰਗ ਦਿੰਦਾ ਹੈ ਪਹਿਲੀ ਗੱਲ. ਬਾਕੀ ਜਦ ਤੁਸੀਂ ਇੰਨੇ ਹੈਵੀ ਚੀਜ਼ ਚਲਾ ਰਹੇ ਹੁੰਦੇ ਹੋ, ਯੂ ਫੀਲ ਵੈਰੀ ਸਟਰੋਂਗ ਇਨ ਯੋਰ ਸੈਲਫ ਜੀ. ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਸਿਰਫ ਓਨਲੀ ਮੈਨ ਕੈਨ ਰਾਈਡ ਇਟ, ਬਿਕਾਜ਼ ਯੂਜਲੀ ਵਟ ਆਈ ਫੀਲ ਮੈਨ ਥਿੰਕ ਦੈਟ ਇਟਸ ਓਨਲੀ ਦੇਅਰ ਥਿੰਗ, ਇਟਸ ਦੇਅਰ ਸਪੋਰਟ. ਇਹ ਨਹੀਂ ਹੈਗਾ. ਠੀਕ ਹੈ ਜੀ. ਉਹਨਾਂ ਦੀ ਗਲਤ ਫਹਿਮੀਆਂ ਨੂੰ ਦੂਰ ਕਰਨ ਵਾਸਤੇ ਇੱਕ ਬੰਦਾ ਵੀ ਕਾਫੀ ਹੁੰਦਾ ਹੈ. ਹਾਂਜੀ ਹਾਂ, ਬਿਲਕੁਲ ਰਾਈਟ. ਇੱਕ ਬੰਦਾ ਕਰ ਲੈ ਤਾਂ 10 ਹੋਰ ਖੜੀ ਹੋ ਜਾਣਗੀਆਂ. ਬਿਲਕੁਲ. ਇਟਸ ਆਲਵੇਜ਼ ਲਾਈਕ ਦਿਸ. ਬਿਲਕੁਲ. ਯਾ ਨਹੀਂ, ਆਮ ਸ਼ੋਰ ਜੋ ਤੁਸੀਂ ਮਤਲਬ ਇੱਕ ਨਵਾਂ ਐਗਜ਼ਾਮਪਲ ਸੈੱਟ ਕੀਤਾ ਹੈ ਸਮਾਜ ਲਈ, ਤੁਹਾਨੂੰ ਦੇਖ ਕੇ ਸਾਡੇ ਸਮਾਜ ਹੋਰ ਵੀ ਜਿਹੜੀਆਂ ਹੈਗੀਆਂ ਤੁਹਾਡੇ ਵਰਗੀਆਂ ਲੇਡੀਜ਼ ਅੱਗੇ ਆਉਣਗੀਆਂ ਅਤੇ ਉਹ ਵੀ ਆਪਣੇ ਸ਼ੌਂਕ ਪੂਰੇ ਕਰਨਗੀਆਂ. ਅਤੇ ਮੈਨੂੰ ਇੱਕ ਗੱਲ ਦੱਸੋ, ਜਿਹੜੇ ਹੋਰ ਲੇਡੀਜ਼ ਘਰ ਦੇ ਕੰਮ ਕਰਕੇ ਜਾਂ ਹੋਰ ਕੰਮ ਕਰਕੇ ਘਰ ਬੈਠੇ ਨੇ, ਸਭ ਦਾ ਇਹ ਮਨ ਕਰਦਾ ਕਿ ਅਸੀਂ ਵੀ ਕੋਈ ਇਹੋ ਜਿਹੇ ਕੰਮ ਕਰੀਏ, ਪਰ ਉਹਨਾਂ ਨੂੰ ਪਰਿਵਾਰ ਵੱਲੋਂ ਜਾਂ ਸਮਾਜ ਵੱਲੋਂ ਕੁਛ ਦੇਖਦੇ ਰਿਸਟ੍ਰਿਕਸ਼ਨਸ ਨੂੰ ਉਹ ਕੰਮ ਨਹੀਂ ਕਰਦੀਆਂ. ਤੁਹਾਡਾ ਉਹਨਾਂ ਬਾਰੇ ਕੀ ਕਹਿਣਾ? ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਵੀ ਤੁਹਾਡੇ ਵਾਂਗ ਨਿਕਲ ਕੇ ਸਮਾਜ ਦੇ ਛੱਡ ਕੇ ਸਟੀਰੀਓਟਾਈਪ ਸਾਰੇ
ਮਤਲਬ ਆਪਣੇ ਸ਼ੌਂਕ ਪੂਰੇ ਕਰਨ ਜਾਂ ਡੈਫੀਨੇਟਲੀ ਮੈਂ ਇਹ ਸੋਚਦੀ ਹਾਂ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਦੇ ਹੈਵ ਟੂ ਵਰਕ ਔਨ ਦ ਮਾਈਂਡ ਐਂਡ ਬੋਡੀ। ਜਦ ਤੁਹਾਡਾ ਦਿਮਾਗ ਫਰੈਸ਼ ਹੁੰਦਾ ਹੈ, ਤੁਹਾਡੀ ਬੋਡੀ ਫਿੱਟ ਹੁੰਦੀ ਹੈ, ਤਦ ਹੀ ਤੁਸੀਂ ਅੱਗੇ ਸਟੈਪ ਲੈ ਪਾਉਂਦੇ ਹੋ। ਹਾਂਜੀ, ਕਿਉਂਕਿ ਨਾ ਤੁਹਾਡੀ ਬੋਡੀ ਤੁਹਾਨੂੰ ਕੌਨਫੀਡੈਂਸ ਦਿੰਦੀ ਹੈ, ਅਦਰਵਾਈਜ਼ ਦਿਮਾਗ ਤੁਹਾਨੂੰ ਹਮੇਸ਼ਾ ਥੱਕਿਆ ਹੀ ਰਹਿੰਦਾ, ਬਿਕੋਜ਼ ਤੁਹਾਨੂੰ ਸਾਰੇ ਘਰ ਦੇ ਲੋਕੀ ਥਕਾ ਦਿੰਦੇ ਹੈ ਕੰਮ ਕਰਾ ਕੇ, ਤੁਸੀਂ ਐਗਜ਼ੌਸਟ ਹੋ ਜਾਂਦੇ ਹੋ ਜੀ। ਫਿਰ ਥੋੜਾ ਲੜਨ ਦਾ ਮਨ ਵੀ ਨਹੀਂ ਕਰਦਾ ਇਸ ਚੀਜ਼ 'ਤੇ ਕਿ ਮੈਨੂੰ ਜ਼ਿੰਦਗੀ ਵਿੱਚ ਕੀ ਚਾਹੀਦਾ। ਤੁਸੀਂ ਆਪਣੇ ਆਪ ਨਾਲ ਵੀ ਨਹੀਂ ਲੜ ਪਾਉਂਦੇ। ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਤੁਹਾਨੂੰ ਖੁਸ਼ੀ ਕਿਸ ਚੀਜ਼ 'ਚ ਮਿਲਦੀ ਹੈ। ਬਹੁਤ ਕਮ ਲੋਕ ਹੁੰਦੇ ਨੇ ਜੋ ਆਪਣੀ ਖੁਸ਼ੀ ਫਾਈਂਡ ਆਊਟ ਕਰ ਪਾਉਂਦੇ ਹੈ। ਮੈਂ ਆਪਣੀ ਖੁਸ਼ੀ ਫਾਈਂਡ ਆਊਟ ਕੀਤੀ, ਮੈਂ ਬਹੁਤ ਖੁਸ਼ ਹਾਂ। ਮੈਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਾਂ ਕਿਉਂਕਿ ਮੈਂ ਅੰਦਰੋਂ ਖੁਸ਼ ਹਾਂ। ਜੀ, if I'm happy myself, ਹਾਂਜੀ, I can give happiness to all around me. It may be my family, ਬਿਲਕੁਲ ਜੀ, it might be my friends around and whoever, my kids around, whoever. ਹਾਂਜੀ, ਹਾਂਜੀ, ਤਾਂ what I believe in, ਅੰਦਰੂਨੀ ਖੁਸ਼ੀ ਤਾਂ ਹੀ ਮਿਲੇਗੀ ਅਗਰ ਤੁਸੀਂ ਆਪਣੇ ਉੱਤੇ ਫੋਕਸ ਕਰੋਗੇ, ਹਾਂਜੀ, ਆਪਣੇ ਆਪ ਨੂੰ ਫਿਟ ਰੱਖੋ, ਐਕਸਰਸਾਈਜ਼ ਕਰੋ, ਆਪਣੇ ਲਈ ਕਰੋ। ਇਹ ਨਾ ਕਰੋ ਤਿਆਰ ਹੋ, ਆਪਣੇ ਲਈ ਤਿਆਰ ਹੋ। ਇਹ ਨਾ ਕਹੋ ਜੀ ਮੈਂ ਆਪਣੇ ਹਸਬੈਂਡ ਲਈ ਤਿਆਰ ਹੋ ਰਹੀ ਹਾਂ, ਆਪਣੇ ਹਸਬੈਂਡ ਲਈ ਸਿਰਫ ਕੰਮ ਕਰ ਰਹੀ ਹਾਂ, ਮੈਂ ਆਪਣੀ ਫੈਮਿਲੀ ਲਈ ਸਿਰਫ ਜੀ ਰਹੀ ਹਾਂ। ਅਗਰ ਤੁਸੀਂ ਉਹਨਾਂ ਵਾਸਤੇ ਜੀਣਾ ਸੀਗਾ ਤੁਹਾਨੂੰ ਜੀਣ ਦੀ ਲੋੜ ਹੀ ਨਹੀਂ। ਜੀਓ ਤਾਂ ਆਪਣੇ ਲਈ ਪਹਿਲੇ ਜੀਓ। ਕਈ ਵਾਰ ਤੁਹਾਨੂੰ ਸੈਲਫਿਸ਼ ਹੋਣਾ ਪੈਂਦਾ ਹੈ ਫॉर ਅ ਰੀਜ਼ਨ, ਬਿਕੋਜ਼ ਅਗਰ ਤੁਸੀਂ ਸੈਲਫਿਸ਼ ਬਣੋਗੇ ਤੁਸੀਂ ਆਪਣੇ ਨੂੰ ਖੁਸ਼ ਰੱਖੋਗੇ ਤਾਂ ਹੀ ਤਾਂ ਖੁਸ਼ੀ ਅੱਗੇ ਦੇ ਪਾਓਗੇ ਨਾ। ਅਗਰ ਤੁਸੀਂ ਦੁਖੀ ਰਹੋਗੇ ਤੁਸੀਂ ਆਪਣੇ ਦੁੱਖ ਹੀ ਰੋਂਦੇ ਰਹੋਗੇ ਐਟ ਦਾ ਟਾਈਮ। ਜੀ, ਸੋ ਇਟਸ ਆਲਵੇਜ਼ ਗੁੱਡ ਟੂ ਕੀਪ yourself fit physically and mentally. And then only you can proceed with what you want to do with life. अगर पेरेंट्स ने आपको एजुकेशन दी है, लोगों ने डॉक्टर पढ़ाया है आपको, लोग इतना कुछ कर लेते हैं, दे आर सो हाईली एजुकेटेड, बट ਤਾਂ ਵੀ ਉਹ ਅਲਟੀਮੇਟਲੀ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਜਦ ਤੁਹਾਡਾ ਮਨ ਕਰਦਾ ਕਿ ਤੁਸੀਂ ਇਹ ਚੀਜ਼ ਲਓ, ਤੁਸੀਂ ਜਾਓ ਬਾਹਰ ਮਾਰਕੀਟ ਵਿੱਚ ਜਾਓ ਕੁਝ ਖਰੀਦੋ, ਵਾਈ ਯੂ ਹੈਵ ਟੂ ਗੋ ਟੂ ਯੂਰ ਹਸਬੈਂਡ? ਵਾਈ ਕਾਂਟ ਯੂ ਬਾਈ ਇਟ ਔਨ ਯੂਰ ਓਨ? ਸਾਨੂੰ ਇਕੁਐਲਿਟੀ ਚਾਹੀਦੀ ਹੈ ਨਾ। ਅਸੀਂ ਕਹਿੰਦੇ ਹਾਂ ਇੱਕ ਔਰਤ ਤੇ ਇੱਕ ਆਦਮੀ ਨੂੰ ਇੱਕ ਲੈਵਲ 'ਤੇ ਹੋਣਾ ਚਾਹੀਦਾ। ਉਹ ਤਾਂ ਹੀ ਹੋ ਸਕਦਾ ਹੈ ਅਗਰ 100% ਅਸੀਂ ਦੋਨੋਂ 50-50 ਉਸ ਵਿੱਚ ਜੁਆਇਨ ਕਰੀਏ। ਜੀ, ਵੀ ਹੈਵ ਟੂ ਪੁੱਟ ਇਨ ਟੂ ਗੈਟ ਸਮਥਿੰਗ ਆਊਟ ਆਫ ਇਟ, ਰਾਈਟ? ਅਤੇ ਅਗਰ ਇੱਕ ਮੈਂ ਐਗਜ਼ਾਮਪਲ ਹੀ ਦੇ ਦਾਂ ਕਿ ਅਸੀਂ ਕਿਸੇ ਟ੍ਰਿਪ 'ਤੇ ਜਾਂਦੇ ਹਾਂ, ਕੁਛ ਕਰਦੇ ਹਾਂ, ਵੀ ਮੇਕ ਇਟ ਸ਼ੋਰ that we do 50-50. Not because my husband can't afford it. He can afford everything. But we decided for a reason ਕਿ ਜਿੰਨਾ ਤੁਹਾਡਾ ਉਹਨਾਂ ਮੇਰਾ ਬੋਝ ਦੋਨਾਂ ਦਾ ਇਕੁਅਲ ਹੋਣਾ ਚਾਹੀਦਾ ਹੈ ਅਤੇ ਖੁਸ਼ੀ ਵੀ ਦੋਨਾਂ ਦੀ ਇਕੁਅਲ ਹੋਣੀ ਚਾਹੀਦੀ ਹੈ, ਚੋਇਸਿਸ ਵੀ ਇਕੁਅਲ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਕੋਈ ਕਨਫਿਊਜ਼ਨ ਕ੍ਰੀਏਟ ਨਹੀਂ ਹੋਣੀ ਚਾਹੀਦੀ। ਉਹ ਤਾਂ ਹੀ ਹੁੰਦੀ ਹੈ ਜਦ ਅਸੀਂ ਇਹ ਨਾ ਸੋਚੀਏ ਕਿ ਹਾਂ ਜੀ ਪ੍ਰੋਵਾਈਡਰ ਹਸਬੈਂਡ ਹੋਏ ਅਤੇ ਅਦਰਵਾਈਜ਼ ਵੂਮਨ ਸ਼ੁੱਡ ਗੈਟ ਦ ਫਰੀਡਮ। ਇਟ ਹੈਜ਼ ਟੂ ਬੀ ਇਕੁਐਲਿਟੀ ਫॉर दैट ਰੀਜ਼ਨ। ਉਹ ਜਦ ਤੱਕ ਉਹ ਨਹੀਂ ਆਏਗੀ ਨਾ ਕੁੜੀਆਂ ਵਿੱਚ, ਕੁੜੀਆਂ ਆਪਣੀ ਦੁਸ਼ਮਣ ਖੁਦ ਬਣ ਜਾਂਦੀਆਂ। ਉਹ ਤਾਂ ਹੀ ਅੱਗੇ ਵੱਧ ਨਹੀਂ ਪਾਉਂਦੀਆਂ ਬਿਕੋਜ਼ ਇਹ ਗੱਲ ਨੂੰ ਸੋਚਦੀਆਂ ਹੀ ਨਹੀਂ ਹੈ। ਉਹ ਕਹਿੰਦੀਆਂ ਅਸੀਂ ਕੰਮ ਕੀ ਕਰੀਏ, ਮੈਨੂੰ ਕੁਛ ਆਉਂਦਾ ਨਹੀਂ ਹੈ। ਇੰਨੇ ਟੈਲੈਂਟ ਉਹਨਾਂ ਵਿੱਚ ਹੋਣ ਦੇ ਬਾਵਜੂਦ ਉਹ ਅੱਗੇ ਵਧਣਾ ਨਹੀਂ ਚਾਹੁੰਦੀਆਂ। ਜੀ, ਉਹਨਾਂ ਨੂੰ ਲੱਗਦਾ ਕਰ ਨਹੀਂ ਸਕਦੀਆਂ। ਮੈਂ ਉਸੇ ਗੱਲ 'ਤੇ ਆ ਰਿਹਾ ਸੀਗਾ, ਜਿਵੇਂ ਤੁਸੀਂ ਆਪਣਾ ਸ਼ੌਂਕ ਪੂਰਾ ਕੀਤਾ, ਤੁਸੀਂ ਸਮਾਜ ਦੇ ਜਿਹੜੇ ਬਣਾਏ ਹੋਏ ਝੂਠੇ ਜਿਹੇ ਸਿਸਟਮ ਨੇ ਤੁਸੀਂ ਉਹ ਛੱਡ ਕੇ ਮਤਲਬ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਕਿ ਅਮੰਗ ਦਾ ਗਰੁੱਪ ਆਫ 20 ਬਾਈ ਜਾਂ 50-40 ਜਿੰਨੇ ਵੀ ਹੈਗੇ ਬੋਇਜ਼ ਦੇ ਨਾਲ ਤੁਸੀਂ ਰਾਈਡ ਕਰਦੇ ਹੋ। ਜਿਹੜੀਆਂ ਹੋਰ ਲੇਡੀਜ਼ ਬੈਠੀਆਂ ਘਰ ਜਿਨ੍ਹਾਂ 'ਚ ਟੈਲੈਂਟ ਹੈਗਾ, ਜਿਨ੍ਹਾਂ 'ਚ ਜਜ਼ਬਾ ਹੈਗਾ ਕਰਨ ਦਾ, ਉਹ ਨਹੀਂ ਕਰ ਪਾਉਂਦੀਆਂ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤਾਂ ਇਹ ਮੈਸੇਜ ਲਾਉਣਾ ਚਾਹੁੰਦੇ ਕਿ ਪਲੀਜ਼ ਆਪਣੇ ਟੈਲੈਂਟ ਨੂੰ ਐਕਸਪਲੋਰ ਕਰੋ। ਹਾਂਜੀ, ਤੁਸੀਂ ਵੀ ਆਲ ਆ ਬਿਊਟੀਫੁਲ ਸੋਲਸ। ਜੀ, ਸਾਡੇ ਵਿੱਚ ਕੋਈ ਕਮੀ ਨਹੀਂ ਹੈਗੀ। ਹਾਂਜੀ, ਅਤੇ ਨਾ ਹੀ ਸਾਡੀ ਲਾਈਫ ਵਿੱਚ ਪ੍ਰੋਬਲਮ ਆ ਸਕਦੀ ਹੈ ਅਗਰ ਅਸੀਂ ਆਪਣੇ ਆਪ ਨੂੰ ਐਕਸਪਲੋਰ ਕਰੀਏ। ਅਸੀਂ ਆਪਣੇ ਆਪ ਨੂੰ ਮੌਕਾ ਹੀ ਨਹੀਂ ਦਿੰਦੇ ਕਿ ਜੋ ਸਾਡੇ ਵਿੱਚ ਟੈਲੈਂਟ ਹੈ ਉਹਨੂੰ ਬਾਹਰ ਲਾਈਏ। ਹਾਂਜੀ, ਉਹਨੂੰ ਬਾਹਰ ਲਿਆਓ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੁਛ ਅਰਨ ਕਰਨ ਵਾਸਤੇ ਕਰਨਾ ਹੈ, ਆਪਣੀ ਖੁਸ਼ੀ ਵਾਸਤੇ ਕਰੋ। ਤੁਸੀਂ ਖੁਦ ਖੁਸ਼ ਹੋਵੋਗੇ ਤਾਂ ਕਿਸੇ ਨੂੰ ਖੁਸ਼ ਰੱਖੋਗੇ ਨਾ। ਤੁਸੀਂ ਅਗਰ ਖੁਦ ਹੀ ਰੋਂਦੇ ਰਹੋਗੇ, ਦੁਖੀ ਰਹੋਗੇ, ਅੱਗੇ ਤੁਸੀਂ ਕਿਸੇ ਨੂੰ ਕਿਵੇਂ ਖੁਸ਼ ਰੱਖੋਗੇ? ਇੱਕ ਸਿੰਪਲ ਫੰਡਾ ਲਾਈਫ ਦਾ। Pursue with your passion. If you can't pursue with your passion, your life is and your dreams are dead. Right. The dreams will be taken away from you if you don't dream big. You don't dream what you want to dream about your life. अपनी passion को pursue करो. Move on with it. Don't look back. लोग क्या कहेंगे? लोग क्या कहेंगे? It never works. जब थोड़े courage problem आती है, तो लोग क्या solve करते हैं? Nobody solves it for you. You solve your own problems. Right. You're responsible for everything. ਜਦ ਤੁਸੀਂ ਉਸਦੀ ਰਿਸਪੌਂਸਿਬਿਲਿਟੀ ਖੁਦ ਲੈ ਸਕਦੇ ਹੋ ਤਾਂ ਇਸਦੀ ਰਿਸਪੌਂਸਿਬਿਲਿਟੀ ਕਿਉਂ ਨਹੀਂ ਲੈਂਦੇ ਤੁਸੀਂ? ਇਹ ਤਾਂ ਇੱਕ ਐਕਸਕਿਊਜ਼ ਹੋ ਗਈ। ਇਟਸ ਅ ਲੇਮ ਐਕਸਕਿਊਜ਼ ਬਿਕੋਜ਼ ਯੂ ਵਾਂਟ ਟੂ ਰਨ ਆਊਟ ਆਫ ਦੈਟ ਸਿਚੁਏਸ਼ਨ। ਅਗਰ ਤੁਸੀਂ ਆਪਣੀ ਸਿਚੁਏਸ਼ਨ ਤੋਂ ਰਨ ਕਰਨਾ ਤੁਸੀਂ ਕੁਝ ਵੀ ਕਹਿ ਲਓ। ਜੀ, ਆਈ ਡੋਂਟ ਰਨ ਆਊਟ ਆਫ ਮਾਈ ਸਿਚੁਏਸ਼ਨਸ। ਇਫ ਆਈ ਹੈਵ ਟੂ ਫੇਸ ਸਮਥਿੰਗ ਆਈ ਫੇਸ ਇਟ। ਇਟਸ ਓਕੇ। ਅਪਸ ਐਂਡ ਡਾਊਨਸ ਸਾਰਿਆਂ ਦੀ ਲਾਈਫ ਵਿੱਚ ਆਉਂਦੇ ਬਟ ਵੀ ਸ਼ੁਡ ਲਰਨ ਟੂ ਫੇਸ ਇਟ ਸਟਰੋਂਗਲੀ ਕਿਉਂਕਿ ਦੈਟਸ ਨਾਟ ਦ ਐਂਡ ਆਫ ਇਟ।
Maybe that's the beginning to it. ਹੁਣ ਤੱਕ ਦਾ ਤੁਹਾਡਾ ਜਿਹੜਾ ਸਫ਼ਰ ਰਿਹਾ ਬਾਈਕਿੰਗ ਦਾ, ਕੋਈ ਇਹੋ ਜਿਹੀ ਮੂਮੈਂਟ ਜਿਹੜੀ ਤੁਹਾਡੇ ਲਈ ਇੱਕ ਨਾਈਟਮੇਅਰ ਬਣ ਕੇ ਰਹੀ ਹੋਵੇ, ਭਾਵੇਂ ਤੁਸੀਂ ਸਾਈਕਲਿੰਗ ਕੀਤੀ ਹੈ, ਭਾਵੇਂ ਰਨਿੰਗ ਕੀਤੀ ਹੈ, ਜਾਂ ਭਾਵੇਂ ਤੁਸੀਂ ਬਾਈਕਿੰਗ ਕੀਤੀ ਹੈ? Yeah, I have biking maybe or cycling maybe. Cycling mein to I told you about my Chinpurni ride, हाँ जी। and there was another one हाँ जी। which was 610 kilometers in my cycling. ਹਾਂਜੀ उसमें भी that was a dreadful ride for me because I got diarrhea that moment during my ride. I had been puking out. After my 300 kilometers of my cycling, ekdam suddenly I was lying down on the footpath. ਉਹ And I was looking at the sky. I was like, God, I gotta finish it off. And that moment I called my parents. It was midnight. It was around 2:30, 3 o'clock in the morning. I called my parents and Mama, मेरे लिए पाठ कर दे रहो, मैं राइड ख़त्म किते बिना तो नहीं आती. Because they knew I'm very stubborn. जब तक मैं वो चीज़ कर नहीं लेती मैं वापस जाती नहीं. तो यू विल नॉट बिलीव, मेरे पापा मम्मा ने उस टाइम ते अखंड जोत जलाई हुई सी कि पापा जी ते कहते दे वर डूइंग पार्ट फॉर मी, बिकॉज कहते तू तो टिकती नहीं है, तू हर एक चीज़ विच एडवेंचर देखती हैं पर साड़ी जान निकल जाती है. सो बिकॉज यू नो वट, पेरेंट्स ने मैंने स्टार्टिंग तो बचपन तो सानू चारा कुड़ियां भी हैव 4 सिस्टर्स एक्चुअली, तो चारों ने बहुत प्रोटेक्ट करके रखा होया सीगा. ਤੇ ਆਣਾ ਜਾਣਾ ਸਾਡਾ ਕਿੱਥੇ ਇੰਨਾ ਜ਼ਿਆਦਾ ਸੀਗਾ ਨਹੀਂ. ਮੈਂ ਸਟਾਰਟਿੰਗ ਤੋਂ ਬਚਪਨ ਤੋਂ ਟੌਮ ਬॉयਸ਼ ਸੀਗੀ, ਤੇ ਮੈਂ ਹਰ ਇੱਕ ਚੀਜ਼ ਉਹ ਕਰਦੀ ਸੀ ਜੋ ਕੁੜੀਆਂ ਨਹੀਂ ਕਰਦੀ ਸੀ. ਮੈਂ ਹਰ ਇੱਕ ਚੀਜ਼ ਵਿੱਚ ਹੱਥ ਪਾਉਂਦੀ ਸੀਗੀ. ਤਾਂ ਮੇਰੀ ਨੇਚਰ ਸਟਾਰਟਿੰਗ ਤੋਂ ਮੇਰੀ ਬਣੀ ਹੋਈ ਸੀਗੀ. ਆਈ ਵਾਜ਼ ਨੈਵਰ ਅਬਾਊਟ ਸਮਥਿੰਗ ਡੈਲੀਕੇਟ, समथिंग फ्रजाइल or something I want to do which is more of a girly thing. वैसे तो गोली बॉय और बॉय थिंग कुछ होता ही नहीं है. It is we created. we society created कि एक कुड़ियाँ कर सकती हैं, मुंडे कर सकते हैं, जबकि ਅਸੀਂ ਜੋ ਕਰ ਸਕਦੇ हैं और शायद मुंडे नहीं कर सकते. The way we can be a good homemaker, we can be a very good working woman outside the house also. But men cannot be a homemaker. ਉਹਨਾਂ ਵਾਸਤੇ ਇੱਕ ਦਿਨ ਕਰਨਾ is the most difficult task. Right? So ਉਸ ਵਿੱਚ ਨਾਲ ਉਹ ਸਾਨੂੰ ਚੈਲੰਜ ਤਾਂ ਨਹੀਂ ਕਰ ਸਕਦੇ, but I will not come on to that. So you know, I believe just move on with the flow and just do whatever it takes. Daredevil is the best thing to do. ਤੁਹਾਡੀ ਹੁਣ ਤੱਕ ਦੀ ਸਭ ਤੋਂ ਮੈਮੋਰੇਬਲ ਰਾਈਡ ਕਿਹੜੀ ਰਹੀ ਹੈ? ਗੋਆ ਦੀ. Of course, that was beautiful. That was it was breathtaking. And I'm like, which ਅਸੀਂ ਰਸਤਾ ਭੁੱਲ ਜਾਂਦੇ ਸੀ ਕਦੀ, but we then used to stop by in between, eat different kind of food. You know, ਹਰ ਇੱਕ ਜਗ੍ਹਾ ਦਾ ਕੋਨਾ ਦਾ ਸਟੇਟ ਜਗ੍ਹਾ ਦਾ ਕਲਚਰ ਦਾ ਖਾਣਾ different ਹੁੰਦਾ ਹੈ. So you explore that with, you meet new people, you talk to them about their lifestyle and how they live their lives. So it's always very interesting, I feel. बहुत ही different kind of experience ਸੀਗਾ ਮੇਰੇ ਵਾਸਤੇ. So thoroughly enjoyed, ਕਿਉਂਕਿ ਅਸੀਂ ਜਦ ਇਵੈਂਟ 'ਤੇ ਉੱਥੇ ਐਕਚੁਅਲੀ 3.5 ਦਿਨਾਂ ਤੋਂ ਬਾਅਦ ਅਸੀਂ ਜਦ ਪਹੁੰਚੇ ਉੱਥੇ IBW ਇੱਕ ਇਵੈਂਟ ਹੈਗਾ, ਇੰਡੀਅਨ ਬਾਈਕਰ ਵੀਕ. ਸੋ ਉੱਥੇ ਗਏ ਸੀਗੇ ਅਸੀਂ, ਅਤੇ ਉੱਥੇ ਆਲ ਓਵਰ ਇੰਡੀਆ ਤੋਂ ਸਾਰੇ ਬਾਈਕਰਸ ਆਉਂਦੇ ਨੇ. ਬਿਊਟੀਫੁਲ ਡਿਫਰੈਂਟ ਬਾਈਕਸ, ਕਸਟਮਾਈਜ਼ਡ ਬਾਈਕਸ ਐਂਡ ਆਲ, ਜਿਨ੍ਹਾਂ ਨੂੰ ਰਿਵਾਰਡ ਵੀ ਕੀਤਾ ਜਾਂਦਾ ਸਟੇਜ 'ਤੇ. ਸੋ ਦਿਸ ਇਜ਼ ਆਲ ਦੇਅਰ. ਯੂ ਮੀਟ ਡਿਫਰੈਂਟ ਕਲਚਰ ਪੀਪਲ. ਇਟਸ ਬੇਸਿਕਲੀ ਟੇਕਨ ਐਜ਼ ਅ ਬ੍ਰਦਰਹੁੱਡ ਫॉर ਅਸ. ਸੋ ਉਹ ਸਭ ਸੀਗਾ ਉੱਥੇ. ਇਟ ਵਾਜ਼ ਵੈਰੀ ਡਿਫਰੈਂਟ, ਵੈਰੀ ਨਾਈਸ. ਆਮ ਲਾਈਕ, ਯੂ ਨੋ, ਇਟਸ ਅ ਵੈਰੀ ਡਿਫਰੈਂਟ ਕਾਈਂਡ ਆਫ ਐਨ ਐਕਸਪੀਰੀਅੰਸ, ਆਈ ਵੁੱਡ ਸੇ ਦੈਟ. ਅਤੇ ਹਰ ਇੱਕ ਬੰਦੇ ਨੂੰ ਐਕਸਪੀਰੀਅੰਸ ਲੈਣਾ ਚਾਹੀਦਾ, ਤਾਂ ਹੀ ਤੁਹਾਨੂੰ ਪਤਾ ਚੱਲਦਾ ਡੂ ਯੂ ਬਿਲੋਂਗ ਹੇਅਰ ਔਰ ਨਾਟ. So it was very nice. We had those live bands and all. It's a very lively thing. Yeah. Randomly people will come to you and they'll approach you and they'll talk to you. So you feel good. Okay, everybody wants to know each other there, being in such a big crowd. Yeah. ਤੁਹਾਡੀ ਡ੍ਰੀਮ ਰਾਈਡ ਕਿਹੜੀ ਹੈ? ਕਿੱਥੇ ਜਾ ਕੇ ਤੁਸੀਂ ਮਤਲਬ ਰਾਈਡ ਕਰਨਾ ਚਾਹੁੰਦੇ ਹੋ? ਮਤਲਬ ਬਿਸਾਈਡਸ ਥੀਸ ਗੋਆ ਥਿੰਗਸ, ਅਸੀਂ ਦੇਖਿਆ ਕਿ ਮਤਲਬ US ਲੋਕ ਬਹੁਤ ਲੰਬੇ ਲੰਬੇ ਰਾਈਡਸ ਕਰਦੇ ਨੇ, ਖਾਸ ਕਰ ਹਾਰਲੇ ਦੇ ਗਰੁੱਪ ਬਣੇ ਹੋਏ ਨੇ. ਤੁਹਾਡਾ ਕੋਈ ਇਹੋ ਜਿਹਾ ਡ੍ਰੀਮ ਹੈ ਜਿਹੜਾ ਤੁਸੀਂ ਬਾਈਕ 'ਤੇ ਪੂਰਾ ਕਰਨਾ ਚਾਹੁੰਦੇ ਹੋ? I want to actually cover up India, complete India. I want to cover up that ways. ਠੀਕ ਹੈ ਜੀ. अभी तक I've just done my 20,000 kilometers. कितने जी? 20,000. 20,000 kilometers. Yeah, but people have done in lakhs also. So you know, they keep riding, they keep exploring new places, new states and everything. But recently, what I think I want to go to Leh. I want to complete my Leh thing because last time when I went, I just drove in Leh through Himalayan. ये जो Himalayan वालों का, Royal Enfield वालों का bike है. So I rode that, but that was not my thing. I want to take my own bike there and I want to explore the whole place because they have beautiful villages, beautiful corners out there. So and they're very magnificent.
So Sure, it is. yeah. So I just want to go there and ਲੇਹ ਨੂੰ ਲੋਕ ਕਹਿੰਦੇ ਨੇ ਕਿ ਬਾਈਕਰਸ ਪੈਰਾਡਾਈਜ਼, absolutely. ਬਾਈਕਰਸ ਪੈਰਾਡਾਈਜ਼ ਕਹਿੰਦੇ ਨੇ ਲੇਹ Yeah, ਨੂੰ। we have our events there like Outback and all. ਹਾਂਜੀ So उसके लिए भी I went for it. Basically अगर आप ऐसे luxury bikes लेकर जाएंगे, because they're soft tails, तो वो नीचे से ground को touch करते हैं। तो अगर कोई hump है or you have some kind of a pothole there or something, तो वो उसमें touch करता है, so it damages your bike. So we always prefer taking something adventure. So like some adventurous bike. It might be BMW adventurous bike, or it might be this or any, you know. ਜਿਹੜਾ ਤੁਸੀਂ ਬਾਈਕ ਚਲਾ ਰਹੇ ਹੋ, ਤੁਸੀਂ ਇਸ ਨਾਲ ਸੈਟੀਸਫਾਈ ਹੋ ਕਿ 100%. ਇਸ ਤੋਂ ਉੱਪਰ ਤੁਹਾਡਾ ਕੋਈ ਡ੍ਰੀਮ ਹੈ ਬਾਈਕ ਲੈਣ ਦਾ? Yes, super CVO है, but right now I don't want to think about it because I want to enjoy the one I have because I'm very satisfied with it. ਜੀ And I've drove all those big bikes like, you know, Street Glide and Road Glide and all. They're also beautiful bikes, but I feel this heritage is very practical for me. ਪ੍ਰੈਕਟੀਕਲ। Yeah, very practical for me. I'm like, I can leave my hands on it, I can stand on it, I can do all kind of stunts on it. So I feel 100% freedom on that. ਤੁਸੀਂ ਸਟੰਟ ਵੀ ਕਰਦੇ ਹੋ ਬਾਈਕ ਤੇ? Yeah, of course. ਡ੍ਰਿਫਟਿੰਗ ਵੀ ਕਰਦੇ ਹੋ ਤੁਸੀਂ? No, not that. हाँ जी। I don't go by that because उसमें होता नहीं है because it's a हाँ very जी। heavy bike. हाँ जी Yeah, उसका वेट ही 350 किलो है, तो आप एक्सपेक्ट कर सकते हैं कि वो लाइक वो उसके लिए यू नो स्टंट बाइक्स होते हैं बेसिकली। ਕਦੀ ਇਦਾਂ ਵੀ ਹੋਇਆ ਕਿ ਤੁਸੀਂ ਸਾਰੇ ਗਰੁੱਪ ਨਾਲ ਜਾ ਰਹੇ ਹੋ, ਉਸ 'ਚ 30-40 ਮੁੰਡੇ ਨਾਲ ਜਾ ਰਹੇ ਨੇ, ਤੁਸੀਂ ਇਕੱਲੇ ਜਾ ਰਹੇ ਹੋ, ਤੁਹਾਨੂੰ ਪੁਲਿਸ ਨੇ ਰੋਕਤਾ, ਕਾਗਜ਼ ਦਿਖਾਓ ਸਾਨੂੰ ਸਾਡੇ, ਪਰ ਤੁਹਾਨੂੰ ਅੱਗੇ ਕਰਤਾ ਉਹਨਾਂ ਨੇ, ਤੁਸੀਂ ਉਹਨਾਂ ਤੁਹਾਨੂੰ ਦੇਖਿਆ ਕਿ ਜਾਣ ਦਿਓ? No, 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 no. वो लोड़ी में मैं तो सब तो अगे लग जाती हूँ। ਅੱਛਾ ਜੀ। You know, when I see cops, मैं उसमें पड़ जाती हूँ because can't help it. You know, sometimes you have to ignore and move out. Definitely, it's not right thing to do. हाँ जी। But sometimes की होता है you have to move because you don't want to show them that it's a girl. हाँ जी। मैं बेसिकली अपने आप ਨੂੰ पूरा पैकअप करके रख दिया। मैं अपने आप ਨੂੰ प्रॉपर्ली कवर करके फेस मेरा मैं कभी विजिबल रहने नहीं देंदी कि इट्स अ जी। गर्ल और अ बॉय। जी बाकी we have all the jackets, padded jackets, kneecaps and everything. We wear full protection things, you know, so that, you know, if we get hurt also, if we fall also, हाँ जी then it should not damage us much. It should give us some kind of a safety on that. Because study bike is very daring kind of a thing. जी It's like, you know, it's very risky at the same time because traffic इंडिया तो तुसी देखा है कि हाँ जी हाँ जी हाँ जी। कोई आगे पीछे नहीं होता, ना लेफ्ट होता ना हाँ, राइट मैं होता, उसते देयर आ नो रहा रूल्स। मैं उसते आ रहा थी, हाउ सेफ इज इट? इट्स नॉट सेफ, इट्स रियली नॉट सेफ, हाँ बट जी। सेफ तो वैसे कुछ भी नहीं हैगा। हाँ जी हाँ जी बट अगर ਅਸੀਂ ਇਹ ਸੋਚਣ ਬੈਠੇ ਕਿ ਬਾਈਕ ਨਹੀਂ ਸੇਫ ਹੈ, ਸਾਈਕਲਿੰਗ ਸੇਫ ਹੈ, ਤਾਂ ਉਹ ਵੀ ਸੇਫ ਨਹੀਂ ਹੈਗੀ। ਉਹ ਵੀ ਸੇਫ ਨਹੀਂ ਹੈ। ਜਦ ਅਸੀਂ ਸਾਈਕਲਿੰਗ ਕਰਦੇ ਸਾਨੂੰ ਪਿੱਛੋਂ ਕੋਈ ਵੀ ਹਿੱਟ ਕਰ ਜਾਂਦਾ ਸੀ, ਅਸੀਂ ਦੇਖਦੇ ਰਹਿੰਦੇ ਕੀ ਕਰੀਏ। हाँ जी ਬਾਈਕ ਐਟਲੀਸਟ ਬਿਗਰ, ਵੀ ਕਰ ਹਾਂ ਇਟਸ ਮੇਕਸ ਟੂ ਮਚ ਆਫ ਨੋਇਜ਼ ਬਿਕਾਜ਼ ਇਟ ਹੈਜ਼ ਦੈਟ ਥ੍ਰੋਟਲ। ਤਾਂ ਵੈਸੇ ਲੋਕੀ ਸਾਈਡ ਤੇ ਹੋ ਜਾਂਦੇ ਦੇਖਣ ਵਾਸਤੇ ਕਿ ਕੀ ਹੈ, ਤਾਂ ਰਸਤਾ ਵੈਸੇ ਮਿਲ ਜਾਂਦਾ ਸਾਨੂੰ। हाँ जी हाँ ਤੇ ਬਟ ਕਈ ਵਾਰ ਬਹੁਤ ਸਕੇਰੀ ਐਕਸੀਡੈਂਟਸ ਹੁੰਦੇ ਨੇ। ਇਟਸ ਵੈਰੀ ਡੈਵਸਟੇਟਿੰਗ ਸਮਟਾਈਮਸ ਬਿਕਾਜ਼ ਅਸੀਂ ਚਾਹੇ ਬਾਰਿਸ਼ ਹੋਏ ਜਾਂ ਫੋਗ ਹੋਏ ਕੁਛ ਵੀ ਹੋਏ, ਅਸੀਂ ਤਾਂ ਵੀ ਰਾਈਡ ਕਰਦੇ ਹਾਂ, ਵੀ ਡੋਂਟ ਕੇਅਰ। जी ਅਸੀਂ ਜਦ ਪਾਇਆ ਹੁੰਦਾ ਤਾਂ ਬਿਕਾਜ਼ ਯੂ ਨੋ ਮਿਸਟ ਆ ਜਾਂਦੀ ਹੈ ਫੇਸ ਦੇ ਅੱਗੇ, ਹਾਂਜੀ। ਸਾਨੂੰ ਦਿਖਣਾ ਬੰਦ ਹੋ ਜਾਂਦਾ ਹੈ। जी that becomes a problem. But at the same time, we move on. We move Right. on. We like go slow. We make it sure that we get the way. But पिछले साढ़े 2 साल दे पहले I'm like, you know, there were 2 riders. They were childhood friends, and they were riding a big bike. Harley they चल रहे सीगे. तो एकदम hit किते trucks दे which they died at the spot. ओ So it was a big casualty. So after that, you know, everybody got scared. So they made it sure that jab fog hoye ta we have to be very controlled, or we go very slow, or we go very late, so Right. that there is some kind of a clarity. राइट So ਬਹੁਤ ਐਕਸੀਡੈਂਟਸ ਹੀ ਹੁੰਦੇ ਨੇ। ਕੋਈ ਇੱਕਦਮ ਸਪੀਡ ਅਪ ਜ਼ਿਆਦਾ ਹੁੰਦਾ, ਜਿਵੇਂ ਹੁਣ ਮੈਨੂੰ ਵੀ ਦੇਖ ਲਓ, ਕੋਈ ਮੈਨੂੰ ਕ੍ਰਾਸ ਕਰਦਾ ਹੈ ਤਾਂ ਮੈਨੂੰ ਇੱਕਦਮ ਆਈ ਗੈਟ ਅ ਕਿਕ ਟੂ ਇਟ ਕਿ ਮੈਨੂੰ ਕ੍ਰਾਸ ਕੀਤਾ ਇਹਨੇ, ਆਈ ਹੈਵ ਟੂ ਕ੍ਰਾਸ ਬੈਕ, ਤਾਂ ਮੈਂ ਸਪੀਡ ਅਪ ਕਰ ਦਿੰਦੀ ਹਾਂ। ਹੁਣੀ ਤੱਕ ਜੋ ਮੈਕਸਿਮਮ ਸਪੀਡ ਮੈਂ ਕੱਢੀ ਹੈ ਇਟਸ 170. So 170 yes, 170. इंडियन रोड्स थे? Absolutely. And it is sometimes scary, but I did that. I shouldn't be doing that, but then I did that because sometimes, you know, you get that kick, no, you got to do it. You can't just stay back. You can't be left behind. ਕੀ ਆਪਣੀ ਸੜਕਾਂ ਇੰਨੇ ਹੈਗੀਆਂ ਕਿ ਆਪਾਂ 170 ਸਪੀਡ ਤੇ ਗੱਡੀ ਚਲਾ ਸਕੀਏ ਆਪਣੀ ਬਾਈਕ? ਲੋਕੀ 200 ਚਲਾਉਂਦੇ ਨੇ ਜੀ, ਜੋ Bike. ਸਪੋਰਟਸ ਬਾਈਕ ਹੈਗੀਆਂ, ਜਿਵੇਂ ਕਾਵਾਸਾਕੀ ਹੈਗੀ, ਹਾਇਬੂਸਾ ਹੈਗੀ, ਹਾਂਜੀ। ਉਹ ਬਸ ਚਲਦੀਆਂ, ਫਿਰ 200 ਤੋਂ ਘੱਟ ਤਾਂ ਚਲਦੀਆਂ ਹੀ ਨਹੀਂ ਹੈਗੀਆਂ, ਉਹ ਤਾਂ ਉੱਡਦੀਆਂ ਬਾਈਕਸ। ਹਾਂਜੀ। ਬਟ ਫਿਰ ਐਕਸੀਡੈਂਟਸ ਵੀ ਮੈਕਸਿਮਮ ਉੱਥੇ ਹੁੰਦੇ ਆ, ਉੱਥੇ ਕੋਈ ਉਹ ਨਹੀਂ ਹੁੰਦਾ, ਸਰਵਾਈਵਲ ਨਹੀਂ ਹੁੰਦਾ। ਫਿਰ ਅਗਰ ਹਿੱਟ ਕਰ ਗਈ ਤਾਂ ਯੂਰ ਗੋਨ, very rare chance that you will survive, otherwise you'll have a lot of issues with that. So I did it, but then later on I realized that I need to go easy and slow in my life. It's my passion. हाँ जी
it's no challenge to me. ਜੀ Yeah, so that's what it is. ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹੋ ਜਿਹੀ ਕਿਹੜੀ ਰੋਡ ਹੈ ਜਿੱਥੇ ਤੁਸੀਂ ਹਾਈਰ ਸਪੀਡ ਤੇ ਬਾਈਕ ਚਲਾਉਣਾ ਚਾਹੋਗੇ? I don't know. I haven't decided because I haven't checked the roads. Till I don't know the roads are big enough for me. Ji. And they're like, highway roads, definitely. I would prefer highway roads, and I don't know which one. That time would tell. ਠੀਕ ਹੈ Because ਤੁਸੀਂ ਦੇਖਿਆ ਪੰਜਾਬ ਦੀ roads ਦਾ ਇੰਡੀਆ ਦੀ roads ਦਾ ਹਾਲ roads ਹੁਣੀ ਦਾ- ਜੋ roads ਦਾ ਹਾਲ ਹੋਇਆ ਪਿਆ ਹੈ, so we don't know what it's going to be that moment. ਜੀ Condition of roads is the thing which decides the speed for me. ਟੀਮੂ ਜੀ, ਜਾਣ ਤੋਂ ਪਹਿਲਾਂ ਇੱਕ ਮੈਸੇਜ ਉਹਨਾਂ ਔਰਤਾਂ ਲਈ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪਰ ਨਹੀਂ ਕਰ ਪਾਉਂਦੇ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਉਹਨਾਂ ਨੂੰ ਸਿਰਫ ਰਿਕੁਐਸਟ ਕਰਾਂਗੀ ਕਿ ਪਲੀਜ਼ ਆਪਣੇ ਘਰੋਂ ਬਾਹਰ ਨਿਕਲੋ, ਆਪਣੀ ਲਾਈਫ ਨੂੰ ਪਹਿਚਾਨੋ, ਆਪਣੇ ਆਪ ਨੂੰ ਪਹਿਚਾਨੋ ਜੀ। ਤੇ ਜ਼ਿੰਦਗੀ ਵਿੱਚ ਕਰੋ। ਫੀਲ ਪ੍ਰਾਊਡ ਆਫ ਯੋਰਸੈਲਫ ਫॉर ਵਾਟ ਯੂ ਡੂਇੰਗ। ਜੀ ਇਹ ਨਾ ਸੋਚੋ ਤੁਸੀਂ ਕੁਝ ਕਰ ਨਹੀਂ ਸਕਦੇ। ਅਸੀਂ ਵੂਮਨ ਵੀ ਆਰ ਵੈਰੀ ਸਟਰੋਂਗ ਵੂਮਨ, ਵੀ ਆਲ ਆਰ ਵੈਰੀ ਪਾਵਰਫੁਲ। ਜੋ ਆਪਣੀ ਪਰਿਵਾਰ ਨੂੰ ਸੰਭਾਲ ਸਕਦਾ ਹੈ ਨਾ, ਉਹ ਸਭ ਕੁਝ ਕਰ ਸਕਦਾ ਹੈ। ਜੀ ਅਗਰ ਤੁਸੀਂ ਘਰੇ ਨਾ ਕੁਝ ਹੈਂਡਲ ਕਰ ਲੈਂਦੇ ਹੋ, ਤੁਹਾਡੇ ਲਈ ਬਾਹਰ ਕੁਝ ਕਰਨਾ ਇਜ਼ ਨਾਟ ਅ ਬਿਗ ਡੀਲ। ਤੁਸੀਂ ਸਟੈਪ ਆਊਟ ਕਰ ਸਕਦੇ ਹੋ, ਆਪਣੀ ਖੁਸ਼ੀ ਲਈ ਸਟੈਪ ਆਊਟ ਕਰੋ ਤੇ ਆਪਣੇ ਆਪ ਨੂੰ ਖੁਸ਼ ਕਰੋ, ਤੇ ਤਾਂ ਹੀ ਤੁਸੀਂ ਦੂਜਿਆਂ ਨੂੰ ਖੁਸ਼ ਕਰੋਗੇ। ਸੋ ਪਲੀਜ਼ ਮੂਵ ਆਊਟ ਦਾ ਹਾਊਸ ਐਂਡ ਐਕਸਪਲੋਰ ਦ ਵਰਲਡ ਐਂਡ ਫਿਗਰ ਆਊਟ ਦ ਹੈਪੀਨੈਸ ਯੂ ਵਾਂਟ ਆਊਟ ਆਫ ਲਾਈਫ। ਜਦ ਤੱਕ ਤੁਸੀਂ ਆਪਣੀ ਖੁਸ਼ੀ ਨਹੀਂ ਢੂੰਡ ਲਓਗੇ ਨਾ, ਤਦ ਤੱਕ ਤੁਸੀਂ ਕਦੀ ਵੀ ਸੈਟੀਸਫਾਈ ਨਹੀਂ ਰਹਿ ਸਕਦੇ ਆਪਣੀ ਲਾਈਫ ਨਾਲ। ਇੱਕ ਰਿਗਰੈਸ਼ਨ ਰਹਿ ਜਾਏਗਾ, ਜਾਂਦੇ ਜਾਂਦੇ ਮੈਂ ਇਹ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਕਰ ਸਕਦੇ ਸੀਗੇ ਜੀ ਪਰ ਤੁਸੀਂ ਛੱਡ ਗਏ। ਠੀਕ So ਹੈ। don't do that, please. Give yourself importance. That's Right. what I believe in. ਬਾਈਕਿੰਗ ਇਜ਼ ਦਾ ਲਾਸਟ ਪੈਸ਼ਨ ਯੂ ਵਾਂਟ ਟੂ ਫੋਲੋ, ਕਿ ਇਸ ਤੋਂ ਬਾਅਦ ਕੁਝ ਹੋਰ ਕਰਨਾ ਉਸੇ? No, I want to get into car racing also. ਅੱਛਾ That's my next step. ਮੈਂ ਹਾਂਜੀ। ਕਰਾਂਗੀ ਹਾਂਜੀ। ਤਾਂ ਹੀ ਮੈਨੂੰ ਸਾਰੇ ਮੇਰੇ ਫਰੈਂਡਸ ਵੀ ਸਭ ਮੇਰੇ 'ਤੇ ਹੱਸਦੇ ਹੈ ਕਈ ਵਾਰ, ਹਾਂਜੀ। ਕਹਿੰਦੇ ਹੈ ਪਹਿਲੇ ਤੂੰ ਰਨਿੰਗ ਕਰਦੀ ਸੀ, ਫਿਰ ਤੂੰ ਸਾਈਕਲਿੰਗ 'ਤੇ ਆ ਗਈ, ਹੁਣ ਤੂੰ ਬਾਈਕਿੰਗ 'ਤੇ ਆ ਗਈ, ਹਾਂ। ਹੁਣ ਤੇਰਾ ਅੱਗੇ ਕੀ ਹੈ, ਤੂੰ ਕੀ ਹੈਲੀਕਾਪਟਰ ਚਲਾਏਂਗੀ? ਮੈਂ ਕਿਹਾ ਨਹੀਂ, ਹੁਣ ਤਾਂ ਕਾਰ 'ਤੇ ਆਉਂਗੀ, ਅੱਛਾ। ਫਿਰ ਦੇਖਾਂਗੇ ਅਗਲਾ ਕੀ ਕਰਨਾ ਹੈ। ਠੀਕ 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 Yeah, so it's like, passion has no end. ਉਹ ਕਿੱਥੇ ਰੁਕਦਾ ਨਹੀਂ ਹੈ, ਜੀ ਉਹ ਵੱਧਦਾ ਹੀ ਰਹਿੰਦਾ ਹੈ। ਹਾਂਜੀ ਹਾਂਜੀ Yeah. ਆਫ ਕੋਰਸ। ਟੀਮੂ ਜੀ, ਬਾਈਕਿੰਗ ਤੋਂ ਇਲਾਵਾ ਤੁਸੀਂ ਹੋਰ ਕੀ ਕਰਦੇ? ਵਾਟ ਯੂ ਡੂ ਫॉर ਯਰ ਲਿਵਿੰਗ? I'm a makeup artist. ਓ Yes, I have a boutique. I'm a fashion designer. Plus, I have this glow home decor. It's a basically we have all the art pieces and all. We're into interiors and all. ਜੀ So I do all that all together. So this is only what I do. you do business, you have boutique, you are a designer, you have art collector, you are a biker, you are a runner, you are a Cyclist. I think कुछ हो रहा है जी। See, चलो। मैं वही कह रही ना, हाँ जी। पैशन था कोई वो नहीं। मैं काम भी जो करती हूँ बड़े पैशनेट होके करती हूँ। आई जी। गिव माई 100% टू इट। जी ਮੈਂ ਉਸ ਟਾਈਮ ਤੇ ਟਾਈਮ ਨਹੀਂ ਦਿਖਦੀ, ਕੰਮ ਕਰਿਆ ਤਾਂ ਕੰਮ ਹੀ ਕਰਾਂਗੀ। ਤੇ ਜੀ। ਮੈਂ ਹੁਣ ਮੈਨੂੰ ਹੋ ਗਏ ਨੇ ਆਲਮੋਸਟ 27-28 ਇਅਰਸ ਹੋ ਚੁੱਕੇ ਆ, ਮੈਂ ਆਪਣੇ ਡੈਡ ਦੇ ਬਿਜ਼ਨਸ ਨੂੰ ਹੈਂਡਲ ਕਰ ਰਹੀ ਹਾਂ। ਜੀ ਐਂਡ ਆਈ ਐਮ ਵੈਰੀ ਹੈਪੀ ਦੈਟ ਆਈਵ ਗਰੋਨ ਇਟ ਵੈਰੀ ਵੈਲ। ਥੈਂਕ ਯੂ ਸੋ ਵੈਰੀ ਮਚ ਜੀ। ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦਾ ਕਿ ਜਿਹੜੇ ਤੁਹਾਡੇ ਪੈਸ਼ਨ ਰਹਿ ਗਏ ਨੇ ਤੁਸੀਂ ਉਹ ਵੀ ਜ਼ਰੂਰ ਪੂਰੇ ਕਰੋਗੇ ਤੇ ਤੁਹਾਨੂੰ ਫਿਰ ਦੁਬਾਰਾ ਅਸੀਂ ਬੁਲਾਵਾਂਗੇ ਸਟੂਡੀਓ 'ਚ ਤੁਹਾਡੇ ਨਵੇਂ ਪੈਸ਼ਨ ਨਾਲ, ਤੁਹਾਡੀ ਨਵੀਂ ਅਚੀਵਮੈਂਟ ਨਾਲ। ਥੈਂਕ ਯੂ ਸੋ ਮਚ ਜੀ। ਦੋਸਤੋ, ਇਹ ਸਨ ਟੀਮੂ ਸਪਰਾ ਜੀ, ਜਿਨ੍ਹਾਂ ਨੇ ਇੱਕ ਬਿਜ਼ਨਸ ਵੂਮਨ ਦੇ ਹੋਣ ਦੇ ਨਾਲ ਨਾਲ ਆਪਣੇ ਪੈਸ਼ਨ ਨੂੰ ਫੋਲੋ ਕੀਤਾ ਤੇ ਬਾਈਕਿੰਗ ਕਰਕੇ ਇਹ ਸਾਬਤ ਕਰ ਦਿਖਾਇਆ ਕਿ ਜੇ ਔਰਤਾਂ ਚਾਹਣ ਤਾਂ ਕੁਝ ਵੀ ਕਰ ਸਕਦੀਆਂ ਨੇ ਤੇ ਔਰਤਾਂ ਕਿਸੇ ਵੀ ਖੇਤਰ 'ਚ ਮਰਦਾਂ ਤੋਂ ਘੱਟ ਨਹੀਂ ਹੈ। ਦੋਸਤੋ, ਉਮੀਦ ਕਰਦਾ ਤੁਹਾਨੂੰ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਣਾ। ਇਹ ਜਿਹੇ ਹੋਰ ਐਪੀਸੋਡ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਆਪਣੇ ਚੈਨਲ ਪਟਿਆਲਾ ਪੋਡਕਾਸਟ ਵਿੱਚ। ਆਪਣਾ ਖਿਆਲ ਰੱਖੋ, ਮਸਤ ਰਹੋ, ਵਿਅਸਤ ਰਹੋ, ਸਵਸਥ ਰਹੋ। ਧੰਨਵਾਦ।